ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਤੁਹਾਡੇ ਆਗੇ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ। ਆਦਿ ਕਾਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾਇ। ਅਜਨ ਹਰ ਗੋਬਿੰਦ ਨੂੰ ਸਿਮਰਨ ਸ੍ਰੀ ਆਲਾਏ। ਸ੍ਰੀ ਅਰਜਨ ਤੇ ਆਈਏ, ਜਿ ਜਿੱਥੇ ਸਭ ਦੁਖ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਏ, ਕਰਨੋਂ ਨਿਦਾਵੇ ਤਾਏ। ਦਸਮ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਸਹਾਇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਪਿੱਤਰ ਬਾਣੀ ਕੀ ਮਹਿਮਾ ਕਹੀ ਨਾ ਜਾਏ। ਧੰਨ ਧੰਨ ਸਤਿਗੁਰੂ ਬਾਲਕ ਸਿੰਘ ਸਾਹਿਬ ਸਿਮਰਿਏ, ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ। ਧੰਨ ਧੰਨ ਸਤਿਗੁਰੂ ਸੰਗਤਾ ਜੀ, ਧੰਨ ਧੰਨ ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਨਾਮ ਦਿਆ ਵਰਤਾਏ। ਧੰਨ ਧੰਨ ਸਤਿਗੁਰੂ ਨਰੈਣ ਦਾਸ ਸਾਹਿਬ ਜੀ, ਜਿਨ ਜਮ ਤੋਂ ਯਾਦ ਛਡਾਏ। ਧੰਨ ਧੰਨ ਸਤਿਗੁਰੂ ਸਾਧੂ ਰਾਮ ਸਾਹਿਬ ਜੀ, ਜਿਨ ਚਰਨੀ ਯਾਦ ਲਗਾਏ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਜੀ, ਜੋ ਅੰਤੇ ਹੋਏ ਸਹਾਇ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ, ਜੋ ਅੰਗ ਸੰਗ ਹੋਏ ਸਹਾਇ। ਨਿਮਾਣਿਆਂ ਦੇ ਮਨ ਸਤਿਗੁਰੂ, ਨੀਤਾਣਿਆਂ ਦੇ ਤਾਨ ਸਤਿਗੁਰੂ। ਨਿਉ ਧਿਆਨ ਦਿਓ ਨਿਆਸਿਓ ਕੇ ਆਸਰਾ। ਨਿਰਲੱਜਿਆਂ ਦੀ ਲੱਜ, ਨਿਪਤਿਆਂ ਦੀ ਪਤ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਦੀ ਆਜੂਰੀ ਸੰਗਤਾਂ ਇਕੱਤਰ ਹੋ ਕੇ ਆਪ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋੜੀਆਂ ਕਰ ਰਹੀਆਂ ਹਨ। ਕੀਤਾ ਲੋੜੀਏ ਕੰਮ ਸੁਹਲ ਪਿਆ ਕੀਏ, ਕਾਰਜ ਦੇ ਸੁਹਾਰ ਸਤਿਗੁਰ ਸਜਤਾ ਕੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਜਾ ਕੀਏ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਇਆ ਲਖ ਪ੍ਰਭ ਰਾਖੀਏ। ਆਪ ਜੀ ਦੇ ਮਾਂ ਵਾਕ ਅਨੁਸਾਰ, ਆਪ ਜੀ ਦੀ ਓਟ ਆਸਰਾ ਲੈ ਕੇ ਆਪ ਵੇਰ ਕਰਨੀ ਬਖਸ਼ਿਸ਼ ਕਰਨੀ। ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਜੋ ਆਪ ਜੀ ਮਿੱਠੇ ਮਿੱਠੇ ਵਚਨ ਕਰੋਗੇ, ਇਹ ਆਪ ਦੀਆਂ ਸੰਗਤਾਂ ਦੇ ਹਿਰਦੇ ਚ ਵਰਸਾਉਣੇ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ ਪਾਤਸ਼ਾਹ, ਆਪਣੀਆਂ ਸੰਗਤਾਂ ਨੂੰ ਆਪ ਉਦਮ ਉਚਾਰ ਬਖਸ਼ ਕੇ ਆਪਣੇ ਦਰਬਾਰ ਦੀ ਹਾਜ਼ਰੀਆਂ ਬਖਸ਼ਣੀਆਂ ਪਾਤਸ਼ਾਹ। ਬਖਸ਼ਿਸ਼ ਕਰਨਾ ਵਿਛੜੀ ਨਾ ਵਿਛਾਰੀ, ਨਾ ਭੁੱਲੀ ਤੇ ਨਾ ਭੁਲਾਵੀਂ। ਚਾਨਾਂ ਦਾ ਪਿਆਰ ਬਖਸ਼ਣਾ, ਅੰਮ੍ਰਿਤ ਵੇਲ ਦਾ ਜਾਗਣਾ ਬਖਸ਼ਣਾ, ਇਸ਼ਨਾਨ ਦਾ ਦਾਨ ਬਖਸ਼ਣਾ, ਦੋਨੋਂ ਕਦਮ ਚ ਨਹੀਂ ਬਖਸ਼ਣਾ। ਸਵਾਸ ਸਵਾਸ ਭਜਨ ਕਰਨ ਦੀ ਤਾਕਤ ਬਖਸ਼ਣੀ। ਆਪਣੇ ਸੂਰ ਸਾਹਿਬ ਦੇ ਰਚਨ, ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਬਖਸ਼ੀਆਂ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ। ਸਰਬੱਤ ਸੰਗਤ ਦੇ ਪਾਤਸ਼ਾਹ ਜੀ, ਅਰਦਾਸ ਬੇਨਤੀ ਹੈ ਪਾਤਸ਼ਾਹ, तुम करो दया मेरे साईं। ऐसी मत दीजिए मेरे ठाकर, सदा सदा तो ध्याई बख्शिश करें। आप जी के हुक्म अनुसार चार पैर सुखली बचीत हुई है। दिन चलिया पातशाह जी, आप जी का कोट कोट शुकराना है। अपनी गोद बख्शी ने बाकी अमृत वेले दी, बाकी का दिन सुखला बताना। सही सजन मिलने जिन्ना मेरिया उच्चा सुच्चा नाम चेता वे। श्री गुरु नानक नाम चढ़दी कला, तेरे पानी सरबत का पला। तारे जान लया विमान, जिन्हें दर्शन पाया, जिन्हें
ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ
जिने तुधनो तन किया तिन जमने तारा जहान दयाभिमान जिने दर्शन पाया जिने तुधनो तन किया तिन जमने तारा जहान दयाभिमान दर्शन पाया जिने तुधनो तन किया तीन जमने तारे जहान दयाभिमान जिने दर्शन पाया जिने तुधनो तन किया तीन जमने तारे जान दयाभिमान जिने दर्शन पाया जिने तुधनो तन किया तिन जमने तारे जान दयाभिमान जिने दर्शन पाया जिने तुधनो तन किया तिन जमने तारे जहान लयाय अभिमान जिने दर्शन पाया जिने तुधनो तन के मन साचा सोए साचा तेरा नाम जी निरपौते निर्वैर है मेरे सतगुरु सेवा राम जी सतगुरु सेवा राम जी साढ़े अंग संग होए सहाय सतगुरु सेवा राम जी साढ़े अंग संग होए सहाय साहिब संत माता जी ने कीता है कमाल सारियानो इकट्ठा करके रखिया है समान नाम जप दे नाम जपांदे यह इन्हां दा कारोबार तन तन श्री गुरु नानक जावा चरना तो बलिहारे तन तन छेवें पातशाह जावा चरना तो बलिहारे तन तन साहिब संत माता जी दे चरना तो आप जी की सदाई जय तन तन संत माता जी आप जी नूं कोट कोट नमस्कार दंडोत बंदन अनेक बार सर्व कला समरथ डोलन तेरा खो प्रभु नानक दे कर मत हो सिफत खसमरी नूर अरसो पुरसो चटिए तुझ बिठे सच्चे पातशाह मर जन्म जन्म दी कटिए सच गुरपुर माया क्यों पेदो बोलो हटिए तुझ बिठे सच्चे पातशाह मल जन्म जन्म दी कटिए तुद डिठे सच्चे पातशाह मल जन्म जन्म दी कटिए एक ओंकार सतगुर प्रसाद तन तन श्री सतगुरु बालक सिंह साहिब सच्चे पातशाह जी तन
तन श्री सतगुरु संगता साहिब सच्चे पातशाह जी। तन तन श्री सतगुरु नारायण दास साहिब जी। तन तन श्री सतगुरु संगत राम साहिब सच्चे पातशाह। साखी भाई नारायण सिंह ਢੀਂਗੜਾ ਦੀ। ਭਾਈ ਹਰੀ ਸਿੰਘ ਢੀਂਗੜਾ ਜ਼ੇਦੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਗੁਰੂ ਘਰ ਦਾ ਅਨੰਨ ਸੇਵਕ ਸੀ। ਇਸ ਦੇ ਦੋ ਪੁੱਤਰ ਸਨ। ਇਸ ਦੇ 2 ਪੁੱਤਰ ਸਨ, ਨਾਰਾਇਣ ਸਿੰਘ ਅਤੇ ਸਾਈਂ ਦਾਸ। ਸਾਈਂ ਦਾਸ ਨੇ ਆਪਣੇ ਪਿਤਾ ਹਰੀ ਸਿੰਘ ਨਾਲ ਕੈਮਲਪੁਰ ਜਾ ਕੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਹੋਈ ਸੀ ਅਤੇ ਭਜਨ ਸਿਮਰਨ ਵਿੱਚ ਮਨ ਲਗਾਈ ਰੱਖਦਾ ਸੀ। ਪਰ ਵੱਡੇ ਪੁੱਤਰ ਨਾਰਾਇਣ ਸਿੰਘ ਨੇ ਮਨ ਵਿੱਚ ਧਾਰ ਰੱਖਿਆ ਸੀ ਕਿ ਜਿਸ ਵੇਲੇ ਸਤਿਗੁਰ ਜੀ ਆਪ ਕਿਰਪਾ ਕਰਕੇ ਮੇਰਾ ਨਾਂ ਲੈ ਕੇ ਬੁਲਾਉਣਗੇ ਤਾਂ ਹੀ ਮੈਂ ਸਤਿਗੁਰਾਂ ਪਾਸੋਂ ਨਾਮ ਦੀ ਦਾਤ ਦੀ ਮੰਗ ਕਰਾਂਗਾ। ਇੱਕ ਵਾਰ ਜ਼ੇਦੇ ਪਿੰਡ ਵਿੱਚ ਪਲੇਗ ਦੀ ਬਿਮਾਰੀ ਫੈਲ ਗਈ ਅਤੇ ਇਹ ਪਰਿਵਾਰ ਪਿੰਡ ਛੱਡ ਕੇ ਹੋਤੀ ਮਰਦਾਨ ਚਲਾ ਗਿਆ। ਉਹਨਾਂ ਨੇ ਉੱਥੇ ਕੱਪੜੇ ਦੀ ਦੁਕਾਨ ਪਾ ਲਈ। ਇੱਕ ਵਾਰ ਨਾਰਾਇਣ ਸਿੰਘ ਕੱਪੜਾ ਖਰੀਦਣ ਲਈ ਆਪਣੇ ਪਿਤਾ ਭਾਈ ਹਰੀ ਸਿੰਘ ਨਾਲ ਕੈਮਲਪੁਰ ਗਿਆ। ਜਿਸ ਵੇਲੇ ਇਹ ਦੋਵੇਂ ਸਾਹਿਬਾਂ ਦੇ ਦੁਆਰੇ 'ਤੇ ਪੁੱਜੇ ਤਾਂ ਉਸ ਵੇਲੇ ਬਾਬੇ ਡੇਰੇ ਦੀ ਉਸਾਰੀ ਦੀ ਸੇਵਾ ਹੋ ਰਹੀ ਸੀ। ਇਹ ਉਹ ਸਥਾਨ ਹੈ ਜਿੱਥੇ ਬਾਅਦ ਵਿੱਚ ਸ੍ਰੀ ਸਤਿਗੁਰ ਸੰਗਤਾ ਸਾਹਿਬ ਜੀ ਦੇ ਪਾਵਨ ਪਲੰਗ ਦੀ ਸਥਾਪਨਾ ਕੀਤੀ ਗਈ ਸੀ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਆਪ ਮਿਸਤਰੀ ਨੂੰ ਇੱਟਾਂ ਫੜਾ ਰਹੇ ਸਨ। ਇਹਨਾਂ ਦੋਹਾਂ ਪਿਤਾ ਤੇ ਪੁੱਤਰ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਮੱਥਾ ਟੇਕਿਆ, ਸੰਗਤਾਂ ਵਿੱਚ ਹਾਜ਼ਰੀ ਲਵਾਈ ਅਤੇ ਕੱਪੜਾ ਖਰੀਦ ਕੇ ਹੋਤੀ ਵਾਪਸ ਚਲੇ ਗਏ। ਰਸਤੇ ਵਿੱਚ ਨਾਰਾਇਣ ਸਿੰਘ ਸੋਚਦਾ ਰਿਹਾ ਕਿ ਜੋ ਸਤਿਗੁਰੂ ਇਤਨਾ ਸਮਰੱਥ ਅਤੇ ਪੂਰਾ ਹੈ, ਉਸਨੇ ਇਸ ਵਾਰ ਵੀ ਮੇਰਾ ਨਾਂ ਲੈ ਕੇ ਮੈਨੂੰ ਨਹੀਂ ਬੁਲਾਇਆ। ਕੁਝ ਸਮੇਂ ਬਾਅਦ ਪਲੇਗ ਦੀ ਬਿਮਾਰੀ ਖਤਮ ਹੋ ਗਈ ਅਤੇ ਇਹ ਪਰਿਵਾਰ ਆਪਣੇ ਪਿੰਡ ਜ਼ੇਦੇ ਵਾਪਸ ਆ ਗਿਆ। ਇਸੇ ਸਮੇਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਵੀ ਕੈਮਲਪੁਰ ਤੋਂ ਭਾਈ ਗੁਰਮੁਖ ਸਿੰਘ ਅਤੇ ਹੋਰ ਸੰਗਤ ਸਹਿਤ ਮਨੇਰੀ ਪਿੰਡ ਆਏ ਤਾਂ ਨਾਲ ਦੇ ਪਿੰਡਾਂ ਵਿੱਚੋਂ ਬਹੁਤ ਸਾਰੇ ਗੁਰਸਿੱਖ ਤੇ ਸੇਵਕ ਸਤਿਗੁਰਾਂ ਦੇ ਦਰਸ਼ਨਾਂ ਲਈ ਆਏ। ਉਸ ਸਮੇਂ ਨਾਰਾਇਣ ਸਿੰਘ ਵੀ ਸਤਿਗੁਰਾਂ ਦੇ ਦਰਸ਼ਨਾਂ ਲਈ ਮਨੇਰੀ ਆਇਆ ਤਾਂ ਸਤਿਗੁਰਾਂ ਨੇ ਸਹਿਜ ਸੁਭਾਏ ਹੀ ਕਿਹਾ, ਨਾਰਾਇਣ ਸਿੰਘਾ ਆ ਗਿਆ ਹੈ। ਇਹ ਬਚਨ ਸੁਣ ਕੇ ਨਾਰਾਇਣ ਸਿੰਘ ਨੇ ਜਾਣਿਆ ਕਿ ਅੱਜ ਉਸ ਦਾ ਭਾਗ, ਅੱਜ ਉਸ ਦੇ ਭਾਗ ਜਾਗ ਪਏ ਹਨ। ਉਹ ਸਤਿਗੁਰਾਂ ਦੇ ਚਰਨਾਂ 'ਤੇ ਟਹਿ ਪਿਆ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਬਖਸ਼ ਲਓ, ਬਖਸ਼ਿਸ਼ ਦੇ ਘਰ ਆਓ ਅਤੇ ਦਾਸ ਨੂੰ ਨਾਮ ਦੀ ਦਾਤ ਦੇਣ ਦੀ
ਕਿਰਪਾ ਕਰੋ। ਇਹ ਸੁਣ ਕੇ ਸਤਿਗੁਰਾਂ ਬਚਨ ਕੀਤਾ, ਨਰੈਣ ਸਿੰਘਾ ਥੋੜਾ ਸਬਰ ਕਰ। ਸੱਚੇ ਪਾਤਸ਼ਾਹ ਜੀ ਹੁਣ ਸਬਰ ਨਹੀਂ ਹੁੰਦਾ, ਬਖਸ਼ਿਸ਼ ਕਰੋ। ਨਰੈਣ ਸਿੰਘ ਨੇ ਬੇਨਤੀ ਕੀਤੀ। ਇਹ ਸੁਣ ਕੇ ਭਾਈ ਹਰਨਾਮ ਸਿੰਘ ਅਸੋਟੇ ਵਾਲੇ ਨੇ ਵੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਨਰੈਣ ਸਿੰਘ ਤੇ ਬਖਸ਼ਿਸ਼ ਕਰਕੇ ਇਸ ਨੂੰ ਵੀ ਆਪਣਾ ਬਣਾ ਲਓ। ਤਾਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਰਹਿਣੀਆਂ ਦੱਸ ਕੇ ਉਸ ਦੇ ਨਾਮ ਦੀ ਬਖਸ਼ਿਸ਼ ਕੀਤੀ। ਉਸ ਤੋਂ ਬਾਅਦ ਨਰੈਣ ਸਿੰਘ ਦਾ ਸਤਿਗੁਰਾਂ ਨਾਲ ਬਹੁਤ ਪਿਆਰ ਹੋ ਗਿਆ ਅਤੇ ਸਤਿਗੁਰਾਂ ਦੇ ਹੁਕਮ ਅਨੁਸਾਰ ਸਵੇਰੇ ਸ਼ਾਮ ਨਾਮ ਸਿਮਰਨ ਕਰਨ ਲੱਗਾ ਅਤੇ ਹਰ ਪੂਰਨਮਾਸ਼ੀ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਣ ਦਾ ਨੇਮ ਬਣਾ ਲਿਆ। ਇੱਕ ਵਾਰ ਗਰਮੀਆਂ ਦੀ ਰੁੱਤ ਵਿੱਚ ਠਾਕਰ ਭਗਵਾਨ ਦਾਸ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਸਾਡੇ ਨਾਲ ਕੋਮਰੀ ਚੱਲਣ ਦੀ ਕਿਰਪਾ ਕਰੋ। ਸਤਿਗੁਰੂ ਜੀ ਠਾਕਰ ਭਗਵਾਨ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਕੋਮਰੀ ਪੁੱਜ ਗਏ। ਕੋਮਰੀ ਆਪ ਜੀ ਨੇ ਠਾਕਰ ਸਾਹਿਬ ਦੀ ਕੋਠੀ ਰਾਮ ਨਿਵਾਸ ਵਿੱਚ ਜਾ ਕੇ ਟਿਕਾਣਾ ਕੀਤਾ। ਜਦੋਂ ਸਤਿਗੁਰੂ ਜੀ ਕੋਮਰੀ ਸਨ, ਉਹਨਾਂ ਦਿਨਾਂ ਵਿੱਚ ਹੀ ਨਰੈਣ ਸਿੰਘ ਜ਼ੇਦੇ ਪਿੰਡ ਤੋਂ ਮਨੇਰੀ ਆਇਆ। ਤਾਂ ਸਾਧੂ ਸਿੰਘ ਨੇ ਉਸ ਨੂੰ ਦੱਸਿਆ ਕਿ ਸਤਿਗੁਰੂ ਭਗਵਾਨ ਦਾਸ ਜੀ ਕੋਮਰੀ ਗਏ ਹੋਏ ਹਨ, ਤੂੰ ਤਾਂ ਹਰ ਪੂਰਨਮਾਸ਼ੀ ਨੂੰ ਸਤਿਗੁਰਾਂ ਦੇ ਦਰਸ਼ਨ ਕਰਨ ਕੈਮਲਪੁਰ ਜਾਂਦਾ ਹੈ। ਇਹ ਸੁਣ ਕੇ ਨਰੈਣ ਸਿੰਘ ਨੇ ਭਾਈ ਸਾਧੂ ਸਿੰਘ ਨੂੰ ਆਖਿਆ, ਭਾਈਆ ਜੀ ਤੁਸੀਂ ਮੇਰੇ ਨਾਲ ਕੋਮਰੀ ਚਲੋ, ਜੋ ਸਤਿਗੁਰਾਂ ਦੇ ਦਰਸ਼ਨ ਕਰਾਈਏ। ਇਹ ਦੋਵੇਂ ਗੁਰਪਾਈ ਸਤਿਗੁਰਾਂ ਦਾ ਪਤਾ ਲੈ ਕੇ ਕੋਮਰੀ ਵੱਲ ਟੁਰ ਪਏ। ਉੱਥੇ ਪੁੱਜ ਕੇ ਰਾਮ ਨਿਵਾਸ ਦਾ ਪਤਾ ਕਰਨ ਲੱਗੇ, ਪਰ ਕਿਸੇ ਤੋਂ ਵੀ ਰਾਮ ਨਿਵਾਸ ਦਾ ਪਤਾ ਟਿਕਾਣਾ ਨਾ ਲੱਗਾ। ਉਧਰ ਜਾਣੀ ਜਾਣ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਅੱਗੇ ਹੋ ਕੇ ਮਿਲਣ ਲਈ ਉਸ ਦਿਨ ਉੱਪਰ ਟਹਿਲਣ ਨਹੀਂ ਗਏ ਜਿੱਧਰ ਰੋਜ਼ ਜਾਂਦੇ ਸਨ, ਬਲਕਿ ਉਸ ਸੜਕ 'ਤੇ ਗਏ ਜਿੱਥੋਂ ਨਰੈਣ ਸਿੰਘ ਅਤੇ ਸਾਧੂ ਸਿੰਘ ਰਾਮ ਨਿਵਾਸ ਦਾ ਪਤਾ ਪੁੱਛ ਰਹੇ ਸਨ। ਉਹਨਾਂ ਨੂੰ ਦੇਖ ਕੇ ਸਤਿਗੁਰਾਂ ਨੇ ਆਵਾਜ਼ ਦਿੱਤੀ, ਨਰੈਣ ਸਿੰਘ ਕਿੱਥੇ ਜਾ ਰਹੇ ਹੋ? ਸਤਿਗੁਰਾਂ ਦੀ ਆਵਾਜ਼ ਸੁਣ ਕੇ ਦੋਹਾਂ ਸਿੱਖਾਂ ਦੇ ਮਨ ਖਿੜ ਗਏ। ਉਹ ਤੇਜ਼ੀ ਨਾਲ ਸਤਿਗੁਰਾਂ ਦੇ ਪਾਸ ਆਏ ਅਤੇ ਚਰਨਾਂ 'ਤੇ ਮੱਥਾ ਟੇਕਿਆ। ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਹਾਂ। ਤਾਂ ਸਤਿਗੁਰੂ ਭਗਵਾਨ ਦਾਸ ਜੀ ਨੇ ਬਚਨ ਕੀਤਾ, ਅਸੀਂ ਉਸ ਸਾਹਮਣੇ ਵਾਲੀ ਕੋਠੀ ਵਿੱਚ ਰਹਿ ਰਹੇ ਹਾਂ। ਤਾਂ ਉਸ ਵੇਲੇ ਨਰੈਣ ਸਿੰਘ ਨੂੰ ਤਾਂ ਸਤਿਗੁਰੂ ਭਗਵਾਨ ਦਾਸ ਜੀ ਨੇ ਬਚਨ ਕੀਤਾ, ਅਸੀਂ ਉਸ ਸਾਹਮਣੇ ਵਾਲੀ ਕੋਠੀ ਵਿੱਚ ਰਹਿ ਰਹੇ ਹਾਂ। ਤਾਂ ਉਸ ਵੇਲੇ ਨਰੈਣ ਸਿੰਘ ਨੂੰ ਇਹ ਤੁਕਾਂ ਯਾਦ ਆਈਆਂ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ, सतगुर कोट पैंडा आगे होए लेत है। चरण सरन गुर एक पैंडा जाए चल, सतगुर कोट पैंडा आगे होए लेत है। उस दियां
ਅੱਖਾਂ ਭਰ ਆਈਆਂ। ਉਸ ਫੇਰ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਤੇ ਰੁਦਨ ਕਰਨ ਲੱਗਾ ਤਾਂ ਸਾਹਿਬਾਂ ਨੇ ਉਸ ਨੂੰ ਦਿਲਾਸਾ ਦਿੱਤਾ। ਇਹ ਦੋਵੇਂ ਗੁਰਸਿੱਖ ਸਤਿਗੁਰਾਂ ਨਾਲ ਟੁਰ ਪਏ। ਡੇਰੇ 'ਤੇ ਪਹੁੰਚੇ ਜਿੱਥੇ ਸਤਿਗੁਰ ਜੀ ਠਹਿਰੇ ਹੋਏ ਸਨ। ਜਦ ਸਤਿਗੁਰ ਜੀ ਪਲੰਗ 'ਤੇ ਬਿਰਾਜ ਗਏ ਤਾਂ ਇਹ ਦੋਵੇਂ ਗੁਰਸਿੱਖ ਵੀ ਕਾਲੀਨ 'ਤੇ ਬਹਿ ਗਏ। ਇਹਨਾਂ ਨੂੰ ਜਲ ਪਾਣ ਕਰਾਇਆ ਗਿਆ। ਠਾਕਰ ਭਗਵਾਨ ਦਾਸ ਨੇ ਆਏ ਸਿੱਖਾਂ ਦੀ ਇਹ ਜਾਣ ਕੇ ਸੇਵਾ ਕੀਤੀ ਜੋ ਸਤਿਗੁਰਾਂ ਦੇ ਸਿੱਖਾਂ ਦੀ ਸੇਵਾ ਦਾ ਮੌਕਾ ਬੜੇ ਭਾਗਾਂ ਨਾਲ ਮਿਲਦਾ ਹੈ। ਇਹ ਦੋਵੇਂ ਗੁਰਸਿੱਖ ਸਤਿਗੁਰਾਂ ਪਾਸ 3 ਦਿਨ ਠਹਿਰੇ। ਸਤਿਗੁਰਾਂ ਨਾਲ ਬਚਨ ਬਿਲਾਸ ਹੁੰਦੇ ਰਹੇ ਤੇ ਕਥਾ ਵੀ ਸੁਣਦੇ ਰਹੇ। ਜਿਸ ਦਿਨ ਵਾਪਸ ਆਉਣਾ ਸੀ, ਸਾਹਿਬ ਆਪ ਇਹਨਾਂ ਨਾਲ ਬੱਸ ਅੱਡੇ 'ਤੇ ਬੱਸ 'ਤੇ ਚੜ੍ਹਾਉਣ ਲਈ ਆ ਰਹੇ ਸਨ ਤਾਂ ਰਾਹ ਵਿੱਚ ਇੱਕ ਹਲਵਾਈ ਦੀ ਦੁਕਾਨ ਆਈ। ਜਦ ਇਹ ਹਲਵਾਈ ਦੀ ਦੁਕਾਨ ਅੱਗੋਂ ਦੀ ਗੁਜ਼ਰੇ ਤਾਂ ਨਰੈਣ ਸਿੰਘ ਦੇ ਮਨ ਵਿੱਚ ਜਲੇਬੀਆਂ ਛਕਣ ਦਾ ਖਿਆਲ ਆਇਆ। ਤਾਂ ਜਾਣੀ ਜਾਣ ਸਤਿਗੁਰਾਂ ਨੇ ਨਰੈਣ ਸਿੰਘ ਨੂੰ ਆਖਿਆ, ਆਓ ਜਲੇਬੀਆਂ ਖਾ ਲਓ। ਅਤੇ ਫਿਰ ਸਾਹਿਬਾਂ ਨੇ ਇਹਨਾਂ ਨੂੰ ਜਲੇਬੀਆਂ ਲੈ ਦਿੱਤੀਆਂ। ਜਲੇਬੀਆਂ ਛਕ ਕੇ ਨਰੈਣ ਸਿੰਘ ਨੇ ਅਰਜ਼ ਕੀਤੀ, ਤੁਸੀਂ ਤਾਂ ਮੇਰੇ ਅੰਤਰਜਾਮੀ ਸਤਿਗੁਰ ਜੀ ਹੋ। ਮੇਰਾ ਮਨ ਜਲੇਬੀਆਂ ਛਕਣ ਨੂੰ ਕੀਤਾ, ਪਰ ਤੁਹਾਡੇ ਤੋਂ ਚੱਕਦਿਆਂ ਕੁਝ ਨਹੀਂ ਕਹਿ ਸਕਿਆ। ਫਿਰ ਵੀ ਤੁਸਾਂ ਮੇਰੇ ਮਨ ਦੀ ਬੁੱਝ ਲਈ ਅਤੇ ਮੈਨੂੰ ਜਲੇਬੀਆਂ ਛਕਾ ਦਿੱਤੀਆਂ। ਫਿਰ ਬੱਸ ਅੱਡੇ 'ਤੇ ਪੁੱਜ ਕੇ ਸਤਿਗੁਰਾਂ ਤੋਂ ਆਗਿਆ ਲੈ ਕੇ ਇਹ ਦੋਵੇਂ ਬੱਸ 'ਤੇ ਚੜ੍ਹ ਗਏ। ਰਾਵਲਪਿੰਡੀ ਪੁੱਜ ਕੇ ਕੈਮਲਪੁਰ ਦੀ ਬੱਸ ਫੜ ਕੇ ਕੈਮਲਪੁਰ ਆਏ। ਰਾਤ ਨੂੰ ਕੈਮਲਪੁਰ ਸਾਹਿਬਾਂ ਦੇ ਡੇਰੇ 'ਤੇ ਦਰਸ਼ਨ ਕਰਕੇ ਉੱਥੇ ਹੀ ਵਿਸਰਾਮ ਕੀਤਾ। ਅਗਲੇ ਦਿਨ ਸਵੇਰੇ ਦੁਕਾਨ ਲਈ ਮਾਲ ਖਰੀਦਿਆ ਅਤੇ ਫਿਰ ਆਪਣੇ ਆਪਣੇ ਪਿੰਡ ਵਾਪਸ ਆਏ। ਪਿੰਡ ਆ ਕੇ ਆਪਣੇ ਗੁਰਪਾਈਆਂ ਨੂੰ 3 ਦਿਨਾਂ ਦੀ ਸਾਰੀ ਵਿਥਿਆ ਸੁਣਾਈ ਅਤੇ ਆਖਿਆ, ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਅੰਤਰਜਾਮੀ ਹਨ ਅਤੇ ਸਦਾ ਹੀ ਆਪਣੇ ਸਿੱਖਾਂ ਦੇ ਮਨਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਰਹਿੰਦੇ ਹਨ। ਫਿਰ ਬੱਸ ਅੱਡੇ 'ਤੇ ਪੁੱਜ ਕੇ ਸਤਿਗੁਰਾਂ ਤੋਂ ਆਗਿਆ ਲੈ ਕੇ ਇਹ ਦੋਵੇਂ ਬੱਸ 'ਤੇ ਚੜ੍ਹ ਗਏ। ਰਾਵਲਪਿੰਡੀ ਪੁੱਜ ਕੇ ਕੈਮਲਪੁਰ ਦੀ ਬੱਸ ਫੜ ਕੇ ਕੈਮਲਪੁਰ ਆਏ। ਰਾਤ ਨੂੰ ਕੈਮਲਪੁਰ ਸਾਹਿਬਾਂ ਦੇ ਡੇਰੇ ਦੇ ਦਰਸ਼ਨ ਕਰਕੇ ਉੱਥੇ ਹੀ ਵਿਸਰਾਮ ਕੀਤਾ। ਅਗਲੇ ਦਿਨ ਸਵੇਰੇ ਦੁਕਾਨ ਲਈ ਮਾਲ ਖਰੀਦਿਆ ਅਤੇ ਫਿਰ ਆਪਣੇ ਆਪਣੇ ਪਿੰਡ ਵਾਪਸ ਆਏ। ਪਿੰਡ ਆ ਕੇ ਆਪਣੇ ਗੁਰਪਾਈਆਂ ਨੂੰ 3 ਦਿਨਾਂ ਦੀ ਸਾਰੀ ਵਿਥਿਆ ਸੁਣਾਈ ਅਤੇ ਆਖਿਆ, ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਅੰਤਰਯਾਮੀ ਹਨ ਅਤੇ ਸਦਾ ਹੀ ਆਪਣੇ ਸਿੱਖਾਂ ਦੇ ਮਨਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਰਹਿੰਦੇ ਹਨ। ਸਾਖੀ ਪੂਰੀ ਹੋਈ। ਏਕ ਓੰਕਾਰ ਸਤਿਗੁਰ ਪ੍ਰਸਾਦ। ਤਨ ਤਨ ਸ੍ਰੀ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਨਰੈਣ ਦਾਸ
साहिब सच्चे पातशाह जी। तन तन श्री सतगुरु साधु राम साहिब सच्चे जी। साखी भाई ਸਰੂਪ ਸਿੰਘ ਹਜ਼ਰੋਂ ਵਾਲੇ ਦੀ। ਸਰੂਪ ਸਿੰਘ ਹਜ਼ਰੋਂ ਸਾਹਿਬ ਦੇ ਰਹਿਣ ਵਾਲਾ ਇੱਕ ਗੁਰਸਿੱਖ ਸੀ। ਸਰੂਪ ਸਿੰਘ ਹਜ਼ਰੋਂ ਸਾਹਿਬ ਦੇ ਰਹਿਣ ਵਾਲਾ ਇੱਕ ਗੁਰਸਿੱਖ ਸੀ ਜੋ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਦਰਸ਼ਨਾਂ ਨੂੰ ਕੈਮਲਪੁਰ ਆਇਆ ਕਰਦਾ ਸੀ। ਇਸ ਦੀ ਇੱਕ ਮੁਸਲਮਾਨ ਨਾਲ ਮਿੱਤਰਤਾ ਹੋ ਗਈ। ਉਹ ਇੱਕ ਦੂਜੇ ਤੇ ਭਰੋਸਾ ਕਰਨ ਲੱਗੇ। ਇੱਕ ਦਿਨ ਉਸ ਮਿੱਤਰ ਨੇ ਸਰੂਪ ਸਿੰਘ ਨੂੰ ਕਿਹਾ, ਜੇ ਤੂੰ ਆਪਣਾ ਪਿਸਤੌਲ ਇੱਕ ਦਿਨ ਵਾਸਤੇ ਮੈਨੂੰ ਦੇ ਦੇਵੇਂ ਤਾਂ ਤੇਰੀ ਬੜੀ ਮਿਹਰਬਾਨੀ ਹੋਵੇਗੀ। ਕੱਲ ਮੈਂ ਤੈਨੂੰ ਤੇਰਾ ਪਿਸਤੌਲ ਵਾਪਸ ਕਰ ਦਿਆਂਗਾ। ਸਰੂਪ ਸਿੰਘ ਨੇ ਆਪਣਾ ਪਿਸਤੌਲ ਉਸ ਨੂੰ ਦੇ ਦਿੱਤਾ। ਪਰਮੇਸ਼ਰ ਦੀ ਕਰਨੀ ਐਸੀ ਹੋਈ ਜੋ ਉਸ ਦਾ ਇੱਕ ਮੁਸਲਮਾਨ ਨਾਲ ਝਗੜਾ ਹੋ ਗਿਆ ਤਾਂ ਉਸਨੇ ਇਸ ਮੰਗੇ ਹੋਏ ਪਿਸਤੌਲ ਨਾਲ ਉਸ ਮੁਸਲਮਾਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਫੜ ਲਿਆ। ਥਾਣੇ ਵਿੱਚ ਸਰੂਪ ਸਿੰਘ ਦਾ ਪਿਸਤੌਲ ਜਮ੍ਹਾਂ ਹੋ ਗਿਆ। ਉਸ ਮੁਸਲਮਾਨ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਸ ਦੇ ਬਿਆਨ ਨੂੰ ਕਲਮ ਬੰਦ ਕਰਕੇ ਲਿਖ ਕੇ ਦੂਜੇ ਦਿਨ ਉਸ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਮੈਜਿਸਟ੍ਰੇਟ ਨੇ ਉਸ 'ਤੇ ਪਹਿਲਾ ਸਵਾਲ ਇਹ ਕੀਤਾ ਕਿ ਤੇਰੇ ਪਾਸ ਇਸ ਪਿਸਤੌਲ ਦਾ ਲਾਇਸੈਂਸ ਹੈ? ਜੀ ਨਹੀਂ, ਇਸ ਨੂੰ ਮੈਂ ਆਪਣੇ ਇੱਕ ਜਿਗਰੀ ਦੋਸਤ ਸਰੂਪ ਸਿੰਘ ਤੋਂ ਮੰਗਵਾ ਲਿਆ ਸੀ। ਉਸ ਮੁਸਲਮਾਨ ਨੇ ਮੈਜਿਸਟ੍ਰੇਟ ਨੂੰ ਜਵਾਬ ਦਿੱਤਾ, ਤੂੰ ਉਸ ਬੰਦੇ ਨੂੰ ਇਸ ਦੀ ਗੋਲੀ ਨਾਲ ਮਾਰਿਆ ਹੈ, ਕੀ ਇਹ ਠੀਕ ਹੈ? ਮੈਜਿਸਟ੍ਰੇਟ ਨੇ ਦੂਜਾ ਸਵਾਲ ਪੁੱਛਿਆ। ਜੀ, ਉਸ ਬੰਦੇ ਨਾਲ ਮੇਰਾ ਝਗੜਾ ਹੋ ਗਿਆ ਸੀ। ਜੇ ਮੈਂ ਉਸ ਨੂੰ ਨਾ ਮਾਰਦਾ ਤਾਂ ਉਸ ਮੈਨੂੰ ਮਾਰ ਦੇਣਾ ਸੀ, ਉਸਨੇ ਜਵਾਬ ਦਿੱਤਾ। ਮੈਜਿਸਟ੍ਰੇਟ ਨੇ ਉਸ ਨੂੰ ਤਾਰੀਖ ਦੇ ਦਿੱਤੀ ਅਤੇ ਸਰੂਪ ਸਿੰਘ ਨੂੰ ਵੀ ਤਾਰੀਖ 'ਤੇ ਹਾਜ਼ਰ ਹੋਣ ਦਾ ਸੰਮਨ ਭੇਜ ਦਿੱਤਾ। ਸਰੂਪ ਸਿੰਘ ਨੂੰ ਸੰਮਨ ਮਿਲਿਆ ਤਾਂ ਉਹ ਡਰ ਗਿਆ। ਉਹ ਨਿਸ਼ਚਿਤ ਤਾਰੀਖ 'ਤੇ ਕਚਹਿਰੀ ਨਹੀਂ ਗਿਆ। ਮੈਜਿਸਟ੍ਰੇਟ ਨੇ ਉਸ ਨੂੰ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ। ਵਾਰੰਟ ਦਾ ਪਤਾ ਲੱਗਣ 'ਤੇ ਸਰੂਪ ਸਿੰਘ ਡਰ ਦੇ ਮਾਰੇ ਆਪਣੀ ਮਾਤਾ ਸੀਤਾ ਨੂੰ ਨਾਲ ਲੈ ਕੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਡੇਰੇ ਕੈਮਲਪੁਰ ਪੁੱਜਾ। ਸ੍ਰੀ ਸਤਿਗੁਰੂ ਜੀ ਦੇ ਬਾਰੇ ਪਤਾ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਜੋ ਸ੍ਰੀ ਸਤਿਗੁਰੂ ਜੀ ਗੁਰਦੁਆਰੇ ਗਏ ਹੋਏ ਹਨ। ਜਦ ਇਹ ਗੁਰਦੁਆਰੇ ਪੁੱਜੇ ਤਾਂ ਕੀਰਤਨ ਦਾ ਭੋਗ ਪੈ ਚੁੱਕਾ ਸੀ। ਸਰੂਪ ਸਿੰਘ ਅਤੇ ਉਸ ਦੀ ਮਾਤਾ ਮੱਥਾ ਟੇਕ ਕੇ ਬਹਿ ਗਏ ਤਾਂ ਸਤਿਗੁਰਾਂ ਨੇ ਇਸ ਸ਼ਬਦ ਦੀ ਕਥਾ ਆਰੰਭ ਕੀਤੀ। ਸ੍ਰੀ ਰਾਗ ਮਹਲਾ ਪਹਿਲਾ। ਮਛਲੀ ਜਾਲ ਨ ਜਾਣਿਆ ਸਰ ਖਾਰਾ ਅਸ ਗਾਹੋ ਅਤ ਸਿਆਣੀ ਸੋਹਣੀ ਕਿਉਂਕਿ ਤੋਵੇ ਸਾਹੋ। ਮਛਲੀ ਜਾਲ ਨ ਜਾਣਿਆ
सरखारा अस गाहो, अत सियाणी सोहणी, क्योंकि तो वे साहो, कीते कारण पाकड़ी, काल नटलै सिराहो, पाई रे इयों सिर जानो काल, ज्यों मच्छी त्यों मानसा, पवै अचिंता जाल रहाओ। सब जग बाधो काल को, बिन गुर काल अपार, सच रत्ते से उबरे, दुविधा छोड़ विकार, हों तिनकै बलिहारण, दर सच्चै सचयार, सींचाने ज्यों पंखियाँ, जाली बदक हाथ, गुर राखे से उबरे, होर फाथे चोगै साथ, बिन नामै चुन सुटियै, कोई न संगी साथ, सचो सच्चा आखियै, सच्चे सच्चा ठान, जिनी सच्चा मन्या, तिन मन सच, तिन मन सच ध्यान, मन मुख सूचे जानिए, गुरमुख जिना ज्ञान, सतगुर अग्गै अरदास कर, साजन दे मिलाए, साजन मिलिए सुख पाया, जमदूत मुए बिख खाए, नावे अंदर हो फसा, नाव वसै मन आए, बाज गुरु गुबार है, बिन शब्द बूझ न पाए, गुरमति परगास होए, सच रहे लिवलाए, तिथै काल न संचरै, ज्योति ज्योत समाए, तू है साजन तू सुजान, तू आपे मेलणहार, गुर सबदी सालाहिए, अंत न पारावार, तिथै काल न अपड़ै, जिथै गुर का शब्द अपार, हुक्मी सभै उपजै, हुक्मी कार कमाए, हुक्मी काल वस है, हुक्मी साच समाए, नानक जो तिस पावै सो थियै, एना जनता वस किछ नाहीं। श्री सतगुरु भगवान दास जी ने फरमाया कि मच्छी ने डूंगे ते खारे समुंदर विच रहंदियां होयां जाल नूं जाणिया ही नहीं कि उस दे फसाउण नूं ਇਹੋ ही एक चीज़ जाल है। भावें मच्छी अत दी सियाणी अते सुंदर सी, पर उसने विसाहा क्यों कीता कि डूंगे समुंदर विच रहन करके उसनूं कोई फड़ ही नहीं सकता। इसे विसाहा कारण ही मच्छी पकड़ी गई, क्योंकि सिर तो काल जो नहीं टलदा। हे भाई, काल नूं सिर ते खड़ोता इस तरह जानो जिवें मच्छी नूं समुंदर विच रहिंदियां होयां भी अचानक जाल पै जांदा है। हे भाई, काल नूं सिर ते खड़ोता इस तरह जानो जिवें मच्छी नूं समुंदर विच रहिंदियां होयां भी अचानक जाल पै जांदा है। तिवें मनुख नूं भी संसार विच रहिंदियां होयां अचानक जमा दा जाल पै जांदा है। काल ने सारे जगत नूं बन्निया होया है। गुरु तो बिना
काल अमोड़ है, क्योंकि गुरु तो बगैर ये हट नहीं सकता। ਜਿਹੜੇ ਜੀਵ ਦੁਵਿਧਾ ਅਤੇ ਵਿਕਾਰਾਂ ਨੂੰ ਛੱਡ ਕੇ ਸੱਚੇ ਨਾਮ ਵਿੱਚ ਰਤੇ ਹਨ, ਉਹੀ ਕਾਲ ਜਮਾ ਦੇ ਜਾਲ ਤੋਂ ਬਚ ਜਾਂਦੇ ਹਨ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜੋ ਉਸ ਦੇ ਸੱਚੇ ਦਰਬਾਰ ਵਿੱਚ ਜਾ ਕੇ ਸਚਿਆਰ ਸਾਬਤ ਹੁੰਦੇ ਹਨ। ਜਿਵੇਂ ਪੰਛੀਆਂ ਨੂੰ ਬਾਜ਼ ਮਾਰਦਾ ਹੈ, ਜਿਵੇਂ ਸ਼ਿਕਾਰੀ ਜਾਲ ਲਾ ਕੇ ਜਾਨਵਰਾਂ ਨੂੰ ਫਸਾਉਂਦਾ ਹੈ, ਇਸੇ ਤਰ੍ਹਾਂ ਸੰਸਾਰੀ ਜੀਵ ਕਾਲ ਦੇ ਵਸ ਵਿੱਚ ਹਨ। ਪਰ ਜਿਨ੍ਹਾਂ ਦਾ ਰਾਖਾ ਗੁਰੂ ਹੁੰਦਾ ਹੈ, ਉਹ ਜਮਾਂ ਦੀ ਮਾਰ ਤੋਂ ਬਚ ਜਾਂਦੇ ਹਨ। ਜਿਨ੍ਹਾਂ ਦਾ ਰਾਖਾ ਗੁਰੂ ਹੁੰਦਾ ਹੈ, ਉਹ ਜਮਾਂ ਤੋਂ ਬਚ ਜਾਂਦੇ ਹਨ। ਹੋਰ ਸਾਰੇ ਜੀਵ ਵਿਸ਼ਿਆਂ ਰੂਪੀ ਰੋਗ ਕਾਰਨ ਫਸੇ ਹੋਏ ਹਨ। ਜੋ ਪੁਰਸ਼ ਨਾਮ ਸਿਮਰਨ ਤੋਂ ਬਿਨਾਂ ਹਨ, ਉਹਨਾਂ ਨੂੰ ਚੁਣ ਚੁਣ ਕੇ ਜਮ ਨਰਕਾਂ ਵਿੱਚ ਸੁੱਟਦੇ ਹਨ। ਉਸ ਵੇਲੇ ਉਹਨਾਂ ਦਾ ਕੋਈ ਵੀ ਸੰਗੀ ਸਾਥੀ ਉਹਨਾਂ ਦੀ ਕੋਈ ਮਦਦ ਨਹੀਂ ਕਰ ਸਕਦਾ। ਸਾਰੇ ਵੇਦ ਤੇ ਸ਼ਾਸਤਰ ਜਿਸ ਸੱਚੇ ਪ੍ਰਭੂ ਨੂੰ ਸੱਚਾ ਕਰਕੇ ਆਖਦੇ ਹਨ, ਉਸ ਸੱਚੇ ਦਾ ਸੱਚਾ ਸਥਾਨ ਸਤਸੰਗ ਹੈ। ਜਿਨ੍ਹਾਂ ਨੇ ਸੱਚ ਨੂੰ ਮੰਨਿਆ ਹੈ, ਤਿਨਾਂ ਦਾ ਮਨ ਸੱਚ ਦੇ ਧਿਆਨ ਵਿੱਚ ਜੁੜ ਗਿਆ ਹੈ। ਜਿਨ੍ਹਾਂ ਨੇ ਸੱਚ ਨੂੰ ਮੰਨਿਆ ਹੈ, ਤਿਨਾਂ ਦਾ ਮਨ ਸੱਚ ਦੇ ਧਿਆਨ ਵਿੱਚ ਜੁੜ ਗਿਆ ਹੈ। ਜਿਨ੍ਹਾਂ ਗੁਰਮੁਖਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਹੈ, ਉਹ ਮਨ ਅਤੇ ਮੁਖ ਕਰਕੇ ਪਵਿੱਤਰ ਜਾਣੇ ਜਾਂਦੇ ਹਨ। हे ਪੁਰਸ਼ਾ, ਤੂੰ ਸਤਿਗੁਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰ, ਉਹ ਤੈਨੂੰ ਸਾਜਨ ਪ੍ਰਭੂ ਨਾਲ ਮਿਲਾ ਦੇਣਗੇ। ਜਿਨ੍ਹਾਂ ਨੂੰ ਸੱਜਣ ਪ੍ਰਭੂ ਮਿਲਿਆ ਹੈ, ਉਹਨਾਂ ਨੇ ਆਤਮਿਕ ਸੁਖ ਪਾਇਆ ਹੈ। ਉਹਨਾਂ ਲਈ ਜਮਦੂਤ ਬਿਖ ਜ਼ਹਿਰ ਖਾ ਕੇ ਮਰ ਗਏ ਹਨ। ਉਸ ਦੇ ਨਾਮ ਦੇ ਅੰਦਰ ਆਤਮਾ ਨਿਵਾਸ ਕਰਦੀ ਹੈ ਅਤੇ ਨਾਮ ਆਤਮਾ ਵਿੱਚ ਨਿਵਾਸ ਕਰ ਲੈਂਦਾ ਹੈ। ਗੁਰੂ ਤੋਂ ਬਿਨਾਂ ਅਗਿਆਨ ਰੂਪ ਹਨੇਰਾ ਹੀ ਹਨੇਰਾ ਹੈ। ਗੁਰੂ ਉਪਦੇਸ਼ ਤੋਂ ਬਿਨਾਂ ਪ੍ਰਭੂ ਦੀ ਸਮਝ ਨਹੀਂ ਪੈਂਦੀ। ਗੁਰੂ ਉਪਦੇਸ਼ ਤੋਂ ਬਿਨਾਂ ਪ੍ਰਭੂ ਦੀ ਸਮਝ ਹੀ ਨਹੀਂ ਪੈਂਦੀ। ਗੁਰਮਤੀਆਂ ਨੂੰ ਗਿਆਨ ਰੂਪੀ ਪ੍ਰਕਾਸ਼ ਹੋ ਗਿਆ ਹੈ। ਇਸ ਵਾਸਤੇ ਉਹ ਸੱਚੇ ਨਾਲ ਲਿਵ ਲਾਈ ਰੱਖਦੇ ਹਨ। ਜਿੱਥੇ ਗੁਰਮਤੀਏ ਹਨ, ਤਿੱਥੇ ਕਾਲ ਨਹੀਂ ਪਹੁੰਚ ਸਕਦਾ। ਗੁਰਮਤੀਆਂ ਦੀ ਜੋਤ ਪਰਮਾਤਮਾ ਨਾਲ ਅਭੇਦ ਹੋਈ ਹੈ। हे ਪ੍ਰਭੂ, ਤੂੰ ਹੀ ਸੱਜਣ ਹੈ, ਤੂੰ ਹੀ ਚਤੁਰ ਹੈ ਅਤੇ ਤੂੰ ਆਪ ਹੀ ਸੇਵਕਾਂ ਨੂੰ ਆਪਣੇ ਨਾਲ ਮੇਲਣਹਾਰ ਹੈ। ਆਓ ਗੁਰੂ ਉਪਦੇਸ਼ ਦੁਆਰਾ ਉਸ ਨੂੰ ਸਲਾਹੀਏ, ਕਿਉਂਕਿ ਉਸ ਦੇ ਪਾਰਾਵਾਰ ਦਾ ਕੋਈ ਅੰਤ ਹੀ ਨਹੀਂ ਹੈ। ਉਹ ਬੇਅੰਤ ਹੈ। ਜਿੱਥੇ ਅਪਾਰ ਪ੍ਰਭੂ ਦੀ ਪ੍ਰਾਪਤੀ ਕਰਨ ਵਾਲਾ ਗੁਰੂ ਉਪਦੇਸ਼ ਹੈ, ਉਸ ਜਗ੍ਹਾ ਕਾਲ ਨਹੀਂ ਪਹੁੰਚ ਸਕਦਾ। ਪਰਮਾਤਮਾ ਦੇ ਹੁਕਮ ਵਿੱਚ ਹੀ ਕਾਲ ਦੇ ਵਸ ਵਿੱਚ ਪੈਂਦੇ ਹਨ ਅਤੇ ਉਸ ਦੇ ਹੁਕਮ ਵਿੱਚ ਹੀ ਸੱਚੇ ਵਿੱਚ ਸਮਾ ਜਾਂਦੇ ਹਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜੋ ਉਸ ਪਰਮਾਤਮਾ ਨੂੰ ਪਾਉਂਦਾ ਹੈ, ਉਹ ਕੁਝ ਹੀ ਹੁੰਦਾ ਹੈ ਤੇ ਇਹਨਾਂ ਜੀਵਾਂ ਦੇ ਵਸ ਕੁਝ ਨਹੀਂ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜੋ
ਉਸ ਪਰਮਾਤਮਾ ਨੂੰ ਪਾਉਂਦਾ ਹੈ, ਉਹ ਕੁਝ ਹੀ ਹੁੰਦਾ ਹੈ ਤੇ ਇਹਨਾਂ ਜੀਵਾਂ ਦੇ ਵੱਸ ਕੁਝ ਨਹੀਂ ਹੈ। ਜਿਸ ਵੇਲੇ ਸਰੂਪ ਸਿੰਘ ਨੇ ਇਹ ਕਥਾ ਸੁਣੀ ਤਾਂ ਬਹੁਤ ਡਰਿਆ ਅਤੇ ਉਹਨਾਂ ਅਤੇ ਉੱਠ ਕੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ ਤੇ ਲੱਗਾ ਵਿਰਲਾਪ ਕਰਨ। ਤਾਂ ਸਤਿਗੁਰੂ ਜੀ ਨੇ ਉਸ ਨੂੰ ਪੁੱਛਿਆ, ਦੱਸ ਕੀ ਗੱਲ ਹੈ ਜੋ ਤੂੰ ਵਿਰਲਾਪ ਕਰ ਰਿਹਾ ਹੈ? ਤਾਂ ਸਰੂਪ ਸਿੰਘ ਨੇ ਉੱਤਰ ਦਿੱਤਾ, ਜੀ ਮੈਂ ਇੱਕ ਮੁਕੱਦਮੇ ਵਿੱਚ ਫਸ ਗਿਆ ਹਾਂ। ਫਿਰ ਉਸਨੇ ਸਾਰੀ ਵਿਥਿਆ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖੀ। ਸਾਹਿਬਾਂ ਨੇ ਭਾਈ ਜੀਤਾ ਰਾਮ ਨੂੰ ਹੁਕਮ ਦਿੱਤਾ, ਸਰੂਪ ਸਿੰਘ ਲਈ ਸ੍ਰੀ ਸਤਿਗੁਰੂ ਸੰਗਤਾਂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਉਹ ਇਸ 'ਤੇ ਕਿਰਪਾ ਕਰਨ ਅਤੇ ਇਹ ਬਿਪਤਾ ਟਲ ਜਾਏ। ਹੁਕਮ ਮੰਨ ਕੇ ਭਾਈ ਜੀਤਾ ਰਾਮ ਨੇ ਅਰਦਾਸ ਕੀਤੀ। ਫਿਰ ਸਾਹਿਬਾਂ ਨੇ ਸਰੂਪ ਸਿੰਘ ਨੂੰ ਆਖਿਆ, ਮੁੜ ਇਹੋ ਜਿਹਾ ਕੰਮ ਨਹੀਂ ਕਰਨਾ। ਤਾਂ ਸਰੂਪ ਸਿੰਘ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, ਹੁਣ ਮੇਰੀ ਰੱਖਿਆ ਕਰੋ, ਮੁੜ ਅਜਿਹੀ ਗਲਤੀ ਨਹੀਂ ਕਰਾਂਗਾ। ਗੁਰਦੁਆਰੇ ਤੋਂ ਸਤਿਗੁਰੂ ਜੀ ਆਪਣੇ ਨਿਵਾਸ ਸਥਾਨ ਆਏ। ਆ ਕੇ ਬੈਠਕ ਵਿੱਚ ਪਲੰਗ 'ਤੇ ਬਿਰਾਜਮਾਨ ਹੋਏ ਤਾਂ ਸਰੂਪ ਸਿੰਘ ਅਤੇ ਉਸਦੀ ਮਾਤਾ ਵੀ ਆ ਕੇ ਚਰਨਾਂ ਵਿੱਚ ਬਹਿ ਗਏ। ਉਹ ਰੁਦਨ ਕਰੀ ਜਾਣ। ਸਤਿਗੁਰੂ ਉਹਨਾਂ ਨੂੰ ਧੀਰਜ ਦਿੱਤਾ ਅਤੇ ਹੁਕਮ ਕੀਤਾ, ਤੂੰ ਹਾਕਮ ਦੇ ਸਾਹਮਣੇ ਜਾ ਕੇ ਪੇਸ਼ ਹੋ ਜਾ। ਸਤਿਗੁਰ ਸੰਗਤਾਂ ਜੀ ਤੇਰੇ ਤੇ ਕਿਰਪਾ ਕਰਨਗੇ। ਸਤਿਗੁਰਾਂ ਨੂੰ ਧੀਰਜ ਦਿੱਤਾ ਅਤੇ ਹੁਕਮ ਕੀਤਾ, ਤੂੰ ਹਾਕਮ ਦੇ ਸਾਹਮਣੇ ਜਾ ਕੇ ਪੇਸ਼ ਹੋ ਜਾ। ਸਤਿਗੁਰ ਸੰਗਤਾਂ ਜੀ ਤੇਰੇ ਤੇ ਕਿਰਪਾ ਕਰਨਗੇ। ਸਰੂਪ ਸਿੰਘ ਆਪਣੀ ਮਾਤਾ ਸਹਿਤ ਹਜ਼ਰੋਂ ਚਲਾ ਗਿਆ ਅਤੇ ਜਿਸ ਦਿਨ ਉਸ ਮੁਕੱਦਮੇ ਦੀ ਪੇਸ਼ੀ ਸੀ, ਉਹ ਹਾਜ਼ਰ ਹੋ ਗਿਆ। ਮੈਜਿਸਟ੍ਰੇਟ ਨੇ ਮੁਲਜ਼ਮ ਨੂੰ ਪੁੱਛਿਆ, ਇਹ ਜੋ ਬੰਦਾ ਸਾਹਮਣੇ ਖੜਾ ਹੈ ਉਸ ਨੂੰ ਪਛਾਣਦਾ ਹੈ? ਜੀ ਬਿਲਕੁਲ ਨਹੀਂ, ਮੈਂ ਇਸ ਨੂੰ ਬਿਲਕੁਲ ਨਹੀਂ ਪਛਾਣਦਾ। ਉਸ ਮੁਸਲਮਾਨ ਨੇ ਕਿਹਾ, ਤੂੰ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਜਿਸ ਪਿਸਤੌਲ ਨਾਲ ਤੂੰ ਕਤਲ ਕੀਤਾ ਹੈ, ਉਹ ਪਿਸਤੌਲ ਤੇਰੇ ਇੱਕ ਦੋਸਤ ਸਰੂਪ ਸਿੰਘ ਦਾ ਸੀ। ਮੈਜਿਸਟ੍ਰੇਟ ਨੇ ਪੁੱਛਿਆ। ਉਸ ਮੁਸਲਮਾਨ ਜਵਾਬ ਦਿੱਤਾ, ਜੀ ਨਹੀਂ, ਇਸ ਨੂੰ ਮੈਂ ਬਿਲਕੁਲ ਨਹੀਂ ਜਾਣਦਾ, ਇਹ ਕੋਈ ਹੋਰ ਸਰੂਪ ਸਿੰਘ ਹੈ। ਇਹ ਸੁਣ ਕੇ ਮੈਜਿਸਟ੍ਰੇਟ ਨੇ ਹੁਕਮ ਦਿੱਤਾ, ਸਰੂਪ ਸਿੰਘ ਦੇ ਵਾਰੰਟ ਰੱਦ ਕੀਤੇ ਜਾਣ। ਇਹ ਸੁਣ ਕੇ ਮੈਜਿਸਟ੍ਰੇਟ ਨੇ ਹੁਕਮ ਦਿੱਤਾ, ਸਰੂਪ ਸਿੰਘ ਦੇ ਵਾਰੰਟ ਰੱਦ ਕੀਤੇ ਜਾਂਦੇ ਹਨ, ਇਸ 'ਤੇ ਕੋਈ ਮੁਕੱਦਮਾ ਨਹੀਂ ਬਣਦਾ। ਕੈਮਲਪੁਰ ਦੀ ਕਚਹਿਰੀਓਂ ਨਿਕਲ ਕੇ ਸਰੂਪ ਸਿੰਘ ਸਿੱਧਾ ਸਤਿਗੁਰਾਂ ਦੇ ਡੇਰੇ 'ਤੇ ਆਇਆ। ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਉਸ ਦੇ ਦੋਸਤ ਨੇ ਕਿਹਾ ਹੈ ਕਿ ਉਹ ਮੈਨੂੰ ਬਿਲਕੁਲ ਨਹੀਂ ਜਾਣਦਾ ਅਤੇ ਮੈਜਿਸਟ੍ਰੇਟ ਨੇ ਮੈਨੂੰ ਬਰੀ ਕਰ ਦਿੱਤਾ ਹੈ। ਸਤਿਗੁਰਾਂ ਨੇ ਉਸ ਨੂੰ ਕਿਹਾ, ਇਹ ਸਾਰੀ ਬਖਸ਼ਿਸ਼ ਸ੍ਰੀ ਸਤਿਗੁਰੂ ਸੰਗਤਾਂ ਜੀ ਦੀ ਹੈ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਹੋਇਆ ਸਰੂਪ ਸਿੰਘ ਹਜ਼ਰੋਂ ਆਪਣੇ ਘਰ ਪੁੱਜਾ ਅਤੇ ਸਾਰੀ ਗੱਲ
ਆਪਣੀ ਮਾਤਾ ਨੂੰ ਜਾ ਸੁਣਾਈ। ਫਿਰ ਦੋਹਾਂ ਮਾਤਾ ਅਤੇ ਪੁੱਤਰ ਨੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਸ਼ੁਕਰਾਨੇ ਵਜੋਂ ਉਹਨਾਂ ਨੇ ਸਾਹਿਬਾਂ ਦੇ ਚਰਨਾਂ ਵਿੱਚ ਅਗਲੀ ਪੂਰਨਮਾਸ਼ੀ ਨੂੰ ਕੈਮਲਪੁਰ ਜਾਣ ਦਾ ਫੈਸਲਾ ਕੀਤਾ। ਕੈਮਲਪੁਰ ਦੀ ਕਚਹਿਰੀਓਂ ਨਿਕਲ ਕੇ ਸਰੂਪ ਸਿੰਘ ਸਿੱਧਾ ਸਤਿਗੁਰਾਂ ਦੇ ਡੇਰੇ 'ਤੇ ਆਇਆ। ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਉਸਦੇ ਦੋਸਤ ਨੇ ਕਿਹਾ ਹੈ ਕਿ ਉਹ ਮੈਨੂੰ ਬਿਲਕੁਲ ਨਹੀਂ ਜਾਣਦਾ ਅਤੇ ਮੈਜਿਸਟ੍ਰੇਟ ਨੇ ਮੈਨੂੰ ਬਰੀ ਕਰ ਦਿੱਤਾ ਹੈ। ਸਤਿਗੁਰਾਂ ਨੇ ਉਸ ਨੂੰ ਕਿਹਾ, ਇਹ ਸਾਰੀ ਬਖਸ਼ਿਸ਼ ਸ੍ਰੀ ਸਤਿਗੁਰੂ ਸੰਗਤਾਂ ਜੀ ਦੀ ਹੈ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਹੋਇਆ ਸਰੂਪ ਸਿੰਘ ਹਜ਼ਰੋਂ ਆਪਣੇ ਘਰ ਪੁੱਜਾ ਅਤੇ ਸਾਰੀ ਗੱਲ ਆਪਣੀ ਮਾਤਾ ਨੂੰ ਜਾ ਸੁਣਾਈ। ਫਿਰ ਦੋਹਾਂ ਮਾਤਾ ਅਤੇ ਪੁੱਤਰ ਨੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਸ਼ੁਕਰਾਨੇ ਵਜੋਂ ਉਹਨਾਂ ਨੇ ਸਾਹਿਬਾਂ ਦੇ ਚਰਨਾਂ ਵਿੱਚ ਅਗਲੀ ਪੂਰਨਮਾਸ਼ੀ ਨੂੰ ਕੈਮਲਪੁਰ ਜਾਣ ਦਾ ਫੈਸਲਾ ਕੀਤਾ। ਸਾਖੀ ਪੂਰੀ ਹੋਈ। ਏਕ ਓੰਕਾਰ ਸਤਿਗੁਰ ਪ੍ਰਸਾਦ। ਤਨ ਤਨ ਸ੍ਰੀ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਨਰੈਣ ਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਸਾਧੂ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ। ਸਾਖੀ ਮਾਈ ਰਾਮ ਰੱਖੀ ਦੀ। ਹਰੀ ਚੰਦ ਖੁਰਾਨਾ ਦੀ ਪਤਨੀ ਰਾਮ ਰੱਖੀ ਪਿੰਡ ਨਵੇਂ ਸ਼ਹਿਰ ਜ਼ਿਲ੍ਹਾ ਮਰਦਾਨ ਦੀ ਰਹਿਣ ਵਾਲੀ ਸੀ ਅਤੇ ਹਰ ਪੂਰਨਮਾਸ਼ੀ ਨੂੰ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਦਰਸ਼ਨ ਕਰਨ ਲਈ ਕੈਮਲਪੁਰ ਆਉਂਦੀ ਸੀ। ਅਟਕਪਾੜ ਦੀ ਹੋਰ ਸੰਗਤ ਵੀ ਪੂਰਨਮਾਸ਼ੀ ਵਾਲੇ ਦਿਨ ਸਤਿਗੁਰਾਂ ਜੀ ਦੇ ਦਰਸ਼ਨਾਂ ਨੂੰ ਆਉਂਦੀ ਸੀ, ਕਿਉਂਕਿ ਸ਼ਾਸਤਰਾਂ ਵਿੱਚ ਪੁੰਨਿਆਂ ਦੇ ਦਿਨ ਆਪਣੇ ਸਤਿਗੁਰ ਜੀ ਦੇ ਦਰਸ਼ਨ ਕਰਨ ਦਾ ਮਹਾਤਮ ਲਿਖਿਆ ਹੋਇਆ ਹੈ। ਮਨੇਰੀ ਸਵਾਬੀ ਦੇ ਕੁਝ ਵਪਾਰੀ ਗੁਰਸਿੱਖ ਵੀ ਕੈਮਲਪੁਰ ਆਏ ਹੋਏ ਸਨ। ਇਹਨਾਂ ਨੇ ਕੱਪੜਾ ਥੋਕ ਦੇ ਭਾਅ ਦੁਕਾਨ ਲਈ ਖਰੀਦਿਆ ਅਤੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਬਾਜ਼ਾਰ ਵਿੱਚ ਕੱਪੜੇ ਦੇ ਥੋਕ ਅਤੇ ਪਰਚੂਨ ਦੇ ਭਾਵਾਂ ਵਿੱਚ ਬਹੁਤ ਫਰਕ ਹੈ। ਉਸ ਵੇਲੇ ਮਾਈ ਰਾਮ ਰੱਖੀ, ਮਾਈ ਜਲਵਤਰੀ ਜੱਲੋ ਅਤੇ ਮਾਈ ਧਰੋਪਤੀ ਉੱਥੇ ਬੈਠੀਆਂ ਹੋਈਆਂ ਸਨ। ਉਹਨਾਂ ਵਪਾਰੀਆਂ ਨੇ ਬੇਨਤੀ ਕੀਤੀ ਕਿ ਜੇ ਆਪ ਜੀ ਨੂੰ ਕੱਪੜੇ ਦੀ ਲੋੜ ਹੋਵੇ ਤਾਂ ਕੱਪੜਾ ਸਾਡੇ ਤੋਂ ਲੈ ਲਓ। ਮਾਈਆਂ ਨੇ ਕਿਹਾ, ਇਹ ਭਰਾ ਠੀਕ ਕਹਿੰਦੇ ਹਨ, ਆਪ ਜੀ ਇਹਨਾਂ ਤੋਂ ਕੱਪੜਾ ਥੋਕ ਤੇ ਪਾ ਦੇ। ਆਪ ਜੀ ਇਹਨਾਂ ਤੋਂ ਕੱਪੜਾ ਥੋਕ ਦੇ ਭਾਅ 'ਤੇ ਖਰੀਦ ਲਵੋ, ਇਸ ਵਿੱਚ ਫਾਇਦਾ ਹੀ ਹੋਵੇਗਾ। ਸ੍ਰੀ ਸਤਿਗੁਰੂ ਜੀ ਨੇ ਇਹਨਾਂ ਮਾਈਆਂ ਨੂੰ ਆਖਿਆ, ਆਓ ਅਸੀਂ ਅਲਮਾਰੀ ਖੋਲ੍ਹ ਕੇ ਤੁਹਾਨੂੰ ਦੱਸਦੇ ਹਾਂ ਤਾਂ ਜੋ
ਤੁਹਾਨੂੰ ਪਤਾ ਲੱਗ ਜਾਏ ਕਿ ਸਾਨੂੰ ਕੱਪੜੇ ਦੀ ਲੋੜ ਹੈ ਜਾਂ ਨਹੀਂ। ਇਹ ਕਹਿ ਕੇ ਸਤਿਗੁਰਾਂ ਅੱਗੇ ਅੰਦਰ ਜਾ ਕੇ ਅਲਮਾਰੀ ਖੋਲੀ ਅਤੇ ਮਾਈਆਂ ਨੇ ਅੰਦਰ ਪਏ ਵਸਤਰ ਵੇਖੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰ ਜੀ ਪਾਸ ਲੋੜ ਤੋਂ ਵੱਧ ਵਸਤਰ ਅਲਮਾਰੀ ਵਿੱਚ ਪਏ ਹੋਏ ਹਨ। ਫਿਰ ਸਤਿਗੁਰਾਂ ਨੇ ਇੱਕ ਪਗੜੀ ਅਲਮਾਰੀ ਵਿੱਚੋਂ ਕੱਢ ਕੇ ਵਿਖਾਈ ਅਤੇ ਦੱਸਿਆ, ਜੋ ਇਹ ਪਗੜੀ ਸਾਨੂੰ ਸਾਡੇ ਪਿਤਾ ਸ੍ਰੀ ਸਤਿਗੁਰ ਸਾਧੂ ਰਾਮ ਜੀ ਨੇ ਦਿੱਤੀ ਸੀ, ਅਸਾਂ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਹ ਪਗੜੀ ਦੋਹਾਂ ਸਿਰਿਆਂ ਤੋਂ ਛਿੱਜੀ ਹੋਈ ਸੀ। ਫਿਰ ਵੇਖ ਕੇ ਸਤਿਗੁਰਾਂ ਨੇ ਦੋਹਾਂ ਸਿਰਿਆਂ ਤੋਂ ਛਿਜਿਆ ਹੋਇਆ ਕੱਪੜਾ ਪਾੜ ਦਿੱਤਾ। ਜਦੋਂ ਟੁਕੜੇ ਅਲਮਾਰੀ ਵਿੱਚ ਸਤਿਗੁਰ ਜੀ ਦੁਬਾਰਾ ਰੱਖਣ ਲੱਗੇ ਤਾਂ ਮਾਈ ਰਾਮ ਰੱਖੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਟੁਕੜੇ ਮੈਨੂੰ ਬਖਸ਼ਿਸ਼ ਕਰ ਦਿਓ। ਜਦੋਂ ਮੇਰਾ ਪੋਤਰਾ ਹੋਵੇਗਾ ਤਾਂ ਇਹਨਾਂ ਨੂੰ ਉਸ ਦੇ ਸਿਰ ਤੇ ਬੰਨਾਂਗੀ, ਕਿਉਂਕਿ ਇਸ ਤੋਂ ਪਹਿਲਾਂ ਮੇਰੇ ਪੁੱਤਰ ਫਕੀਰ ਚੰਦ ਦੇ ਘਰ ਜਿਤਨੇ ਬੱਚੇ ਹੋਏ ਹਨ ਉਹ ਬੱਚੇ ਨਹੀਂ ਹਨ। ਹੁਣ ਆਪ ਜੀ ਕਿਰਪਾ ਕਰੋ ਕਿ ਉਸ ਦੇ ਘਰ ਬੂਟਾ ਲੱਗ ਜਾਏ। ਸਾਹਿਬਾਂ ਨੇ ਉਹ ਦੋਵੇਂ ਟੁਕੜੇ ਰਾਮ ਰੱਖੀ ਨੂੰ ਬਖਸ਼ ਦਿੱਤੇ ਅਤੇ ਫਰਮਾਇਆ, ਸ੍ਰੀ ਸਤਿਗੁਰ ਸੰਗਤਾ ਸਾਹਿਬ ਜੀ ਤੇਰੀ ਇੱਛਾ ਪੂਰੀ ਕਰਨਗੇ। ਸ੍ਰੀ ਸਤਿਗੁਰ ਜੀ ਦੀ ਕਿਰਪਾ ਦੁਆਰਾ ਰਾਮ ਰੱਖੀ ਦੇ ਪੋਤਰੇ ਨੇ ਜਨਮ ਲਿਆ। ਜਦੋਂ ਪੋਤਰਾ 4 ਮਹੀਨਿਆਂ ਦਾ ਹੋਇਆ ਤਾਂ ਮਾਈ ਪੱਗ ਦੇ ਉਹ ਛਿਜੇ ਹੋਏ ਟੁਕੜੇ ਜੋੜ ਕੇ ਪੋਤਰੇ ਦੇ ਸਿਰ ਤੇ ਬੰਨ੍ਹ ਕੇ ਪਰਿਵਾਰ ਸਹਿਤ ਕੈਮਲਪੁਰ ਆਈ ਅਤੇ ਸਾਹਿਬਾਂ ਦੇ ਚਰਨਾਂ ਤੇ ਆਪ ਵੀ ਮੱਥਾ ਟੇਕਿਆ ਅਤੇ ਪੋਤਰੇ ਨੂੰ ਵੀ ਮੱਥਾ ਟਿਕਾ ਕੇ ਬੇਨਤੀ ਕੀਤੀ, ਸਾਹਿਬ ਜੀਓ ਇਸ ਦਾ ਜਨਮ ਆਪ ਜੀ ਦੀ ਬਖਸ਼ਿਸ਼ ਨਾਲ ਹੋਇਆ ਹੈ। ਇਸ ਦਾ ਨਾਂ ਰਖਾਉਣ ਲਈ ਮੈਂ ਆਪ ਜੀ ਦੇ ਦੁਆਰੇ ਤੇ ਹਾਜ਼ਰ ਹੋਈ ਹਾਂ। ਇਸ ਨੂੰ ਆਪ ਆਪਣਾ ਹੀ ਬਣਾ ਲਓ ਜੀ। ਕਾਕੇ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਸਾਹਿਬਾਂ ਨੇ ਪੁੱਛਿਆ, ਇਹ ਜੋ ਕੱਪੜੇ ਦਾ ਟੁਕੜਾ ਕਾਕੇ ਦੇ ਸਿਰ ਤੇ ਬੱਝਾ ਹੋਇਆ ਹੈ, ਕਿ ਇਹ ਉਹੀ ਹੈ ਜੋ ਤੂੰ ਸਾਡੇ ਪਾਸੋਂ ਲੈ ਗਈ ਸੀ? ਤਾਂ ਰਾਮ ਰੱਖੀ ਨੇ ਹੱਥ ਜੋੜ ਕੇ ਅਤੇ ਸਿਰ ਨਿਵਾ ਕੇ ਬੇਨਤੀ ਕੀਤੀ, ਜੀ ਆਪ ਜੀ ਆਪਣੇ ਦਾਸਾਂ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲੇ ਹੋ। ਅਤੇ ਇੱਕ ਵਾਰ ਫੇਰ ਕਾਕੇ ਦਾ ਸਿਰ ਸਾਹਿਬਾਂ ਦੇ ਚਰਨਾਂ ਤੇ ਰੱਖ ਦਿੱਤਾ। ਸਾਹਿਬਾਂ ਨੇ ਰਾਮ ਰੱਖੀ ਨੂੰ ਕਿਹਾ, ਕੱਲ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲੈ ਕੇ ਬੱਚੇ ਦਾ ਨਾਂ ਰੱਖ ਦਿੱਤਾ ਜਾਏਗਾ। ਅਗਲੇ ਦਿਨ ਸਵੇਰੇ ਗੁਰਦੁਆਰੇ ਕੀਰਤਨ ਤੋਂ ਉਪਰੰਤ ਸਤਿਗੁਰਾਂ ਨੇ ਇਸ ਸ਼ਬਦ ਦੀ ਕਥਾ ਕੀਤੀ। ਸ੍ਰੀ ਰਾਗ ਮਹਲਾ ਪੰਜਵਾਂ। ਮਿਲ ਸਤਿਗੁਰ ਸਭ ਦੁਖ ਗਿਆ, ਹਰ ਸੁਖ ਵਸਿਆ ਮਨ ਆਏ। ਅੰਤਰ ਜੋਤ ਪ੍ਰਗਾਸਿਆ, ਏਕਸ ਸਿਉ ਲਿਵ ਲਾਏ। ਮਿਲ ਸਤਿਗੁਰ ਸਭ ਦੁਖ ਗਿਆ, ਹਰ ਸੁਖ ਵਸਿਆ ਮਨ ਆਏ। ਅੰਤਰ ਜੋਤ ਪ੍ਰਗਾਸਿਆ, ਏਕਸ ਸਿਉ ਲਿਵ ਲਾਏ। ਮਿਲ ਸਾਧੂ ਮੁਖ ਉਜਲਾ, ਪੂਰਬ ਲਿਖਿਆ ਪਾਏ। ਗੁਣ ਗੋविंद ਨਿਤ ਗਾਵਣੇ, ਨਿਰਮਲ ਸਾਚੈ ਨਾਏ।
मेरे मन गुर सबदी सुख हुए, गुर पूरे की चाकरी, बिरथा जाए न कोई रहाओ। मन किया इच्छा पूरिया, पाया नाम निधान, अंतर जामी सदा संग, करणै हार पछान। गुर प्रसादी मुख उजला, जप नाम दान स्नान, काम क्रोध लोभ बिनस्या, तजया सब अभिमान। पाया लाहा लाभ नाम, पूरन होए काम, कर कृपा प्रभ मेलिया, दिया अपना नाम। आमण जाना रह गया, आप हुआ मेहरबान, सच महल कर पाया, गुर का शब्द पछान। भगत जना को राखदा, अपनी कृपा तार, हलत पलत मुख उजलो, हलत पलत मुख उजले, साचे के गुण सार। आठ पहर गुण सार दे, रत्ते रंग अपार, पार ब्रह्म सुख सागरो, नानक सद बलिहार। ਤਾਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਫਰਮਾਇਆ ਕਿ ਪੰਚਮ ਪਾਤਸ਼ਾਹ ਕਥਨ ਕਰਦੇ ਹਨ, ਜੋ ਸਤਿਗੁਰਾਂ ਨਾਲ ਮਿਲਣ ਕਰਕੇ ਸਾਰਾ ਦੁੱਖ ਨਿਵ੍ਰਿਤ ਹੋ ਗਿਆ ਹੈ ਅਤੇ ਸੁਖ ਸਰੂਪ ਹਰ ਮਨ ਵਿੱਚ ਆ ਵਸਿਆ ਹੈ। ਇੱਕ ਉਹਦੇ ਨਾਲ ਲਿਵ ਲਾਣ ਕਰਕੇ ਹਿਰਦੇ ਅੰਦਰ ਪ੍ਰਕਾਸ਼ ਹੋ ਗਿਆ ਹੈ। ਸਾਧੂਆਂ ਸੰਤਾਂ ਨਾਲ ਮਿਲਣ ਕਰਕੇ ਮੂੰਹ ਉਜਲਾ ਹੋ ਗਿਆ ਹੈ, ਪਰੰਤੂ ਸੰਤਾਂ ਦਾ ਸੰਗ ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ, ਸੰਤਾਂ ਦਾ ਸੰਗ ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ ਪ੍ਰਾਪਤ ਹੁੰਦਾ ਹੈ। ਜੋ ਨਿਤਾ ਪ੍ਰਤੀ ਗੋਬਿੰਦ ਦੇ ਗੁਣ ਗਾਉਂਦੇ ਅਤੇ ਸੱਚੇ ਪ੍ਰਭੂ ਦੇ ਨਾਮ ਨੂੰ ਜਪਦੇ ਹਨ, ਉਹ ਮੈਲ ਰਹਿਤ ਹੋ ਜਾਂਦੇ ਹਨ। ਹੇ ਮਨ ਮੇਰੇ, ਗੁਰੂ ਉਪਦੇਸ਼ ਦੇ ਕਾਰਨ ਹੀ ਆਤਮ ਸੁਖ ਪ੍ਰਾਪਤ ਹੁੰਦਾ ਹੈ। ਪੂਰੇ ਗੁਰਾਂ ਦੀ ਕੀਤੀ ਸੇਵਾ ਚਾਕਰੀ ਕਦੀ ਅਜਾਈ ਨਹੀਂ ਜਾਂਦੀ। ਗੁਰ ਸੇਵਾ ਕਰਕੇ ਜਦ ਨਾਮ ਰੂਪ ਖਜ਼ਾਨਾ ਪਾਇਆ ਤਾਂ ਮਨ ਦੀਆਂ ਸਭ ਇੱਛਾਵਾਂ ਪੂਰੀਆਂ ਹੋ ਗਈਆਂ। ਜਗਤ ਦੀ ਉਤਪਤੀ ਕਰਨ ਵਾਲੇ ਅੰਤਰਜਾਮੀ ਪ੍ਰਭੂ ਨੂੰ ਸਦਾ ਹੀ ਆਪਣੇ ਨਾਲ ਪਛਾਣ ਲਿਆ। ਜਿਨ੍ਹਾਂ ਨੇ ਗੁਰੂ ਕਿਰਪਾ ਕਰਕੇ ਨਾਮਦਾਨ ਰੂਪੀ ਸਰੋਵਰ ਵਿੱਚ ਇਸ਼ਨਾਨ ਕਰ ਲਿਆ ਹੈ, ਉਹਨਾਂ ਦਾ ਮੂੰਹ ਉਜਲਾ ਹੋ ਗਿਆ ਹੈ। ਉਹਨਾਂ ਦੇ ਅੰਦਰ ਕਾਮ, ਕ੍ਰੋਧ ਅਤੇ ਲੋਭ ਬਿਨਸ ਗਿਆ ਹੈ। ਉਹਨਾਂ ਨੇ ਸਾਰਾ ਅਹੰਕਾਰ ਵੀ ਤਿਆਗ ਦਿੱਤਾ ਹੈ। ਉਹਨਾਂ ਨੇ ਨਾਮ ਸਿਮਰਨ ਕਰਕੇ ਆਤਮ ਸੁਖ ਸ਼ਾਂਤੀ ਪਾਈ ਹੈ ਅਤੇ ਉਹਨਾਂ ਦੇ ਸਾਰੇ ਕਾਰਜ ਵੀ ਪੂਰਨ ਹੋ ਗਏ ਹਨ। ਪ੍ਰਭੂ ਨੇ ਗੁਰੂ ਰੂਪ ਹੋ ਕੇ ਆਪਣਾ ਨਾਮ ਦਾਨ ਦਿੱਤਾ ਹੈ। ਪ੍ਰਭੂ ਨੇ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲ ਲਿਆ ਹੈ। ਜਿਸ ਉੱਤੇ ਪ੍ਰਭੂ ਆਪ ਮਿਹਰਬਾਨ ਹੋਇਆ ਹੈ, ਉਸ ਦਾ ਜੰਮਣਾ ਮਰਨਾ ਮਿਟ ਗਿਆ ਹੈ।
जिस उत्ते प्रभु आप मेहरबान होया है, उसका जमना मरना मिट गया है। जिसने गुरु दे शब्द नू पछाण लिया है, उसने अपने हृदय रूपी घर विच सच्चे स्वरूप नू पा लिया है। अपनी कृपा दृष्टि करके प्रभु अपने भगत जनां नू सारियां दुखां संकटां तो बचा लैंदा है। जो सच्चे प्रभु दे परोपकार आदि गुणां नू संभालते हैं, उन्हां दे लोक अते परलोक विच मुख उजले हो जाते हैं। जो अपार प्रभु दे रंगां विच रंगे हुए हैं, वो अठे पहर उस दे गुणां नू याद करते हैं। गुरु जी कथन करते हैं, जो पार ब्रह्म सुखां दा समुंदर है, मैं उस तो सदा बलिहार जांदा हाँ। गुरु जी कथन करते हैं, जो पार ब्रह्म सुखां दा समुंदर है, मैं उस तो सदा बलिहार जांदा हाँ। जद कथा दा भोग पिया तां अरदास तो बाद श्री गुरु ग्रंथ साहिब विचों वाक लिया गया। सोरठ महला पंजवा। आगे सुख मेरे मीता, पाछे आनंद प्रभ कीता। आगे सुख मेरे मीता, पाछे आनंद प्रभ कीता। परमेश्वर बनत बनाई, फिर डोलत कतहु नाही। साचे साहिब स्यो मन मानिया, हर सरब निरंतर जानिया रहाओ। सब जी तेरे दयाला, अपने भगत करे प्रतिपाला। अचरज तेरी वड्याई, नित नानक नाम त्याई। वाक तो उपरंत साहिबां फरमाया कि आया अखर तो ना रख लो। तां माई राम रखी ने बेनती की थी, ए काका तुहाडी बख्शिश द्वारा संसार ते आया है, इसनू केसाधारी सिख बनाना है अते इस दा नामकरण भी तुसी आप ही करना है। तां साहिबा ने हुक्म किया, आया अखर निकलिया है, सो इस दा नाम आया सिंह ही होया। माई राम रखी ने सत वचन कह के बच्चे नू साहिबा दे चरना विच रख दिता। साहिबा ने सीस ते हथ रख के कन्ना विच सच्चे नाम दा उच्चारण करके उसनू असीस देती अते कहा, चोला माई राम रखी लियांदा होया सी, उसनू सतगुरां ने अपने कर कमला विच लैके माई राम रखी नू दिता अते फरमाया, ए चोला काके नू पुआ दिओ। माई राम रखी ने ओ चोला काके नू पुआया अते साहिबां दे चरनां ते मत्था टिकाया अते आप भी मत्था टेक के अपने परिवार सहित अपने पिंड चली गई। वाक तो उपरंत साहिबां फरमाया कि आया अखर ते ना रख लो। तां माई राम रखी ने बेनती की थी, ए काका तुहाडी बख्शिश द्वारा संसार ते आया है, इसनू केसाधारी सिख बनाना है अते इस दा नामकरण भी तुसां आप ही करना है। तां साहिबा ने हुक्म किया,
ਆਇਆ ਅੱਖਰ ਨਿਕਲਿਆ ਹੈ, ਸੋ ਇਸ ਦਾ ਨਾਂ ਆਇਆ ਸਿੰਘ ਹੀ ਹੋਇਆ। ਮਾਈ ਰਾਮ ਰੱਖੀ ਨੇ ਸਤ ਬਚਨ ਕਹਿ ਕੇ ਬੱਚੇ ਨੂੰ ਸਾਹਿਬਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਸਾਹਿਬਾਂ ਨੇ ਸੀਸ ਤੇ ਹੱਥ ਰੱਖ ਕੇ ਕੰਨਾਂ ਵਿੱਚ ਸੱਚੇ ਨਾਮ ਦਾ ਉਚਾਰਨ ਕਰਕੇ ਉਸ ਨੂੰ ਆਸੀਸ ਦਿੱਤੀ ਅਤੇ ਜਿਹੜਾ ਚੋਲਾ ਮਾਈ ਰਾਮ ਰੱਖੀ ਲਿਆਂਦਾ ਹੋਇਆ ਸੀ ਉਸ ਨੂੰ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਵਿੱਚ ਲੈ ਕੇ ਮਾਈ ਰਾਮ ਰੱਖੀ ਨੂੰ ਦਿੱਤਾ ਅਤੇ ਫਰਮਾਇਆ, ਇਹ ਚੋਲਾ ਪਾ ਕੇ ਇਹ ਚੋਲਾ ਕਾਕੇ ਨੂੰ ਪਵਾ ਦਿਓ। ਮਾਈ ਰਾਮ ਰੱਖੀ ਨੇ ਉਹ ਚੋਲਾ ਕਾਕੇ ਨੂੰ ਪਵਾਇਆ ਅਤੇ ਸਾਹਿਬਾਂ ਦੇ ਚਰਨਾਂ ਤੇ ਮੱਥਾ ਟਿਕਾਇਆ। ਆਪ ਵੀ ਮੱਥਾ ਟੇਕ ਕੇ ਆਪਣੇ ਪਰਿਵਾਰ ਸਹਿਤ ਆਪਣੇ ਪਿੰਡ ਚਲੀ ਗਈ। ਸਾਖੀ ਪੂਰੀ ਹੋਈ। ਰਾਮ ਗਲੇ ਮਲਾ ਦੀ ਆਨੰਦ ਏਕੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਬਿਮਾਏ ਸਤਿਗੁਰੂ ਮੈਂ ਪਾਇ ਸਤਿਗੁਰ ਦਾ ਪਾਇਆ ਸਹਿ ਸੇਠੇ ਮਨ ਵਟੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆਂ ਸਭ ਗਾਵਣਿਆ ਸਬਦੋ ਟਗਾਵੋ ਹਰੀ ਤੇਰਾ ਮਨ ਜਨੇ ਵਸਾਇਆ ਕਹੇ ਨਾਨਕ ਆਨੰਦ ਦਿਓ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆਟੂ ਸਦਾ ਰੋ ਹਰ ਨਾਲ ਰੋ ਤੂੰ ਮਨ ਮੇਰੇ ਡੂਬ ਸਭ ਵਿਚਾਰਨਾ ਅੰਗੀਕਾਰੋ ਕਰੇ ਤੇ ਕਾਰੇ ਸਭ ਸਵਾਰ ਸਭਨਾ ਗਲਾ ਸਭ ਰਤ ਸੁਆਮੀ ਸੋਕ ਮਨੋ ਵਿਚਾਰੇ ਗਏ ਨਾਨਕ ਮਨ ਮੇ ਸਦਾ ਰੋ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰੇ ਕਾਟਾਂ ਤੇਰੇ ਸਭ ਕੁਛਿਆ ਜਿਸੇ ਤੋ ਪਾਵੈ ਸਦਾ ਸਿੱਖ ਲਾਤੇ ਨਾਮ ਮਨ ਵਸਾਵੈ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਸਨੇਰੇ ਕਹੇ ਨਾਨਕ ਸੱਚੇ ਸਾਚ ਕਿਆ ਨਹੀਂ ਕਰਦੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਨ ਕਰ ਸਾਥ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਜਾਨ ਸਦਾ ਕੁਰਬਾਨ ਕੀਤਾ ਗੁਰ ਵਿੱਚ ਜਿਸ ਦੀ ਹੋਏ ਵਡਿਆਈਆਂ ਕਹੇ ਨਾਨਕ ਸੋਹਣੋ ਸੰਤੋ ਸਬਦ ਰੋਪਿਆ ਸਾਚਾ ਨਾਮ ਮੇਰਾ ਆਦਾ ਵਾਜੇ ਪੰਜ ਸ਼ਬਦ ਦੇ ਘਰ ਸਵਾਗੇ ਤਬ ਟਵਾ ਕਰ ਰਾਜ ਕਰ ਤਾਰਿਆ ਪਾਣੀ ਟੋਟਲ ਵਾਤ ਕੀਤੇ ਕਾਲ ਕੰਟਕ ਮਾਰ ਤੁਰ ਕਰਮ ਪਾਇਆ ਤੁਝਨ ਕੋ ਸੇ ਨਾਮ ਆਖੇ ਨਾਨਕ ਸਹਿ ਸੁਖ ਹੋ ਤਿਸ ਕਰ ਅਨੰਦ ਵਾਜੇ ਅਨੰਦ ਸਨੋਵੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਤ ਸੰਤ ਸਾਜਨ ਪਏ ਸਸ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਤੇ ਪਵੇ ਸਤਿਗੁਰ ਰਿਆ ਪ੍ਰਭੂ ਬਿਨ ਵੰਚਨਾ ਨੇ ਗੁਰ ਚਰਨ ਲਾਗੀ ਵਾਗੇ ਆਇਆ ਤੁਰੇ ਸਲੋਕ ਕਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਵਿਸਰਾ ਤੋ ਲਾਈ ਦਾਇਆ ਸਗਲ ਜਗਤ ਚੰਗਿਆਈਆਂ ਮੁੜਾਈਆ ਵਾਚੈ ਧਰਮ ਅਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਤਲੇ ਕੀਤੀ ਛੁੱਟੇ ਨਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਤਲੇ ਕੀਤੀ ਛੁੱਟੇ ਨਾ ਤੁਧ ਆਗੇ
एक ओंकार सतगुर प्रसाद अरदास तुझ आगे अरदास हमारी जियो पिंड सब तेरा कोह नानक सब तेरी वड्याई कोई नाम न जाने मेरा। आद निरंकार जी सिमर कै गुरु नानक ले त्याहे फिर अंगद के गुरु अमरदास रामदास के होए सहाय। अर्जन हर गोबिंद सिमरो श्री हर राय श्री हर कृष्ण ते आइए जे डिठे सब दुख जाए। तेग बहादुर सिमरिया घर नो नित आवे ताए सब थाई होना सहाय। 10वें पातशाह श्री गुरु गोबिंद सिंह जी महाराज सब थाई होना सहाय। धन धन साहब श्री गुरु ग्रंथ साहब जी आप जी की महिमा कही न जाए। धन धन सतगुरु बालक सिंह साहब जी जा धर्म दा मार्ग दिया बताए। धन धन सतगुरु संगता साहब जीओ सतगुरु राम सिंह साहब जी जा नाम दिया वरताए। धन धन सतगुरु नारायण दास साहब जी जिन जम तो लिया छड़ाए। धन धन सतगुरु साधु राम साहब जी जिन चरनी लिया लगाए। धन धन सतगुरु भगवान दास साहब जी जो अंते ओहे सहाय। धन धन सतगुरु सेवा राम साहब जी जो अंग संग होए सहाय। अंतरजामी सतगुरु जियो हाजरा हजूरो जारा जोहूरो सर्व कला तह पूर्णो पातशाह दियो। इस वक्त आप बख्शे के रहमत करियो अमृत तो लैके होण तक अपने सोहने दरबार सजा के सरबत साध संगत नूं दर्शन दे के निहाल करियो। आप जी का कोटंग कोटंग धनवाद है। आप जी दे भाने अंदर 4 पैर हाथ सुख और शांता प्रतीत होई है। आप जी दे भाने अंदर 4 पैर दिन आया है। आप जी नूं भावे सुख और शांति गुजारनी बख्शिश करनी रहमत करनी कृपा करनी तरस करनी दया करनी नानक नदरी नदर निहाल करनी। अति कल युग जी वहाँ खिन खिन बोलने हारा रोम रोम गुनागारा ना भुलनी ना भुलावी ना विसरी ना विसारी ओ काम करवाने जो आप जी नूं भावन ओ काम ना कवाने जो आप तो बेमुख होण। अंतरजामी सतगुरु जीओ आप जी ने बख्शिश रहमत कृपा की है। ओ मूर्ख कारे लाहिया नानक हर कमे पातशाह जीओ अमृत तो लैके हुण तक आप जी दे सोहणे सचखंड दरबार अंदर दीवान सजे हन। सजे दीवान अंदर जप प्रयोग नूं मुख रखदे होए नितनेम वरनी साहब जी होए हन। तारिया जहान लिया अभिमान जिन्ने दर्शन पाया जिन्ने तुन्नू धन किया ते नम नेड़ न आया। गुरबदेशां दे पाठ होए हन सुखमनी साहब जी दे पाठ होए हन। बाणी दा प्रवाह चलिया। धन धन सतगुरु भगवान दास साहब जीओ आप दा जीवन चरित गुर इतिहास होया है। आनंद साहब 6 पौड़ियां दे पाठ होए हन। बाणी पढ़दिया होया नाम जपदिया होया बाणी सुनदिया होया बच्चियां सेवकां पासों अनेकां प्रकार दियां गलतियां ते बेअदबियां होणगियां। अनजान बच्चे समझ के माफ़ करना अगों तो समट बखनी शुद्ध बाणी पढ़दी बल उद्यम उत्साह ते प्यार बखना आई हुई सबत साथ संग दे कारज रास करने कदम लेखे लावने गाव्या सुनिया थाए पावना साहब जीओ अरदास ते बेनती है। आप जी दा महान प्रमाण है सतगुरु आयो शरण तुहारी मिलै सुख नाम अर शोभा चिंता लाए हमारी रहाओ अवर न सूझै दूजी ठायर आर पढ़ो तो द्वारे लेखा छोड़ अलेखा छूटै हम निर्गुण लियो उबारी सत बख्शिन सदा मेरवाना सबना दे आधारी नानक दास सन पाठै परियो राख लियो बारे जो मांगै ठाकुर अपने ते सोई तोई देवै नानक दास मुक्ते जो बोलै इयां उवां सच होवै शबद नूं मुख दे पातशाह जीओ जो जो माई भाई आप जी दे सोहणे सचखंड दरबार अंदर अरदासां ते बेनतियां कर हन। सरबत साध संगत दियां
शुभ मनोकामना पूर्ण करनिया ਸਰਬੱਤ ਸਾਧ ਸੰਗਤ ਨੂੰ ਨਾਮ ਦਾਨ ਇਸ਼ਨਾਨ ਚਾਹ ਪਦਾਰਥ ਵਰਤ ਕੇ ਆਦੀਆਂ ਬਿਆਦੀਆਂ ਉਪਾਦ ਬਚਾ ਕੇ ਚਰਨਾਂ ਦਾ ਪਿਆਰ ਬਖਸ਼ਣਾ ਸਾਧ ਸੰਗਤ ਦੀ ਸੇਵਾ ਬਖਸ਼ਣੀ ਮਨ ਨੀਵਾ ਮਤ ਉੱਚੀ ਬਖਸ਼ਣੀ ਮਿਹਰ ਭਰਿਆ ਹੱਥ ਟਕਣਾ ਕੀਤਾ ਹੈ ਲੋੜੀਏ ਕੰਮ ਸਵਾਰ ਪੈ ਆਖੀਏ ਕਾਰੇ ਢੇਰ ਸਵਾਰ ਸਤਿਗੁਰ ਸੱਚ ਆਖੀਏ ਸੰਤਾਂ ਤੰਗ ਨਿਧਾਨ ਅੰਬਰ ਚਾਖੀਐ ਪੈ ਪੰਜਨ ਮੇਰਵਾਨ दात की राखी है नानक हर गुण गाए अल्लाह प्रभ लाखी है धन धन सतगुरु भगवान दात्या जी आप जी की बख्शिश रहमत कृपा हो रही है दात सब दे उत्तम हर की कथा नाम सुन दर्द दुख लता शब्द नूं मुख दे पातशाह जी आप दे सोने सरूप पोती साहब का अमृत वेले प्रकाश होया सी उपरंत आप का जीवन चरित गुर इतिहास होया इस वक्त आप आग्ञा लैके पोती साहब की सेवा होएगी सुहारा साहब होएगा आग्ञा ते प्रवानगी बगनी मेहर भरिया हथ कहते पातशाह जो आप अपने निष्ठां दे जान की कृपालता करनी परिवार नूं अते सर्बत साध संगत नूं सदा वास्ते हर प्रकार दीआं खुशियां की दात बखनी उपरांत कीर्तन दरबार सजणगे आग्ञा ते प्रवानगी बखनी रागी सिंघां दे कंठ रसीले करने अपनी सेवा आप न्याणी अपने कारज आप सवारने आप जी दे भरखे जान चों कड़ा प्या देगा हाजिर है आप जी रत्नी लायक होवे आप जी का चीज प्रचार सवत साथ संगत ते वरते सही सज्जन मिलने जिन्ना मिलिया आप जी का सोहना पवित्र नाम चेतावे श्री गुरु नानक नाम चढ़दी कला तेरे पाने सरबत का भला। बोले चरण साध के तोय तोय पियो अर्प साध को अपना जियो साध की दूर करो स्नान साध ऊपरे जाए कुर्बान साध सेवा वड पागी पाइए साध संग हरे कीर्तन गाइए अनेक बिगन ते साधु राखे हर गुण गाए अमृत रस जाके ओट गई जी संत दर आया सर्व सुख नानक ते पाया ओट गई जी साहिबा दर आया सर्व सुख सतगुरु संग ते पाया तारिया जहान ले आया बीमार जिन्नी दर्शन पाया जिन्नी तुझो तन करा तिन जम नेड़ नाया तारिया जहान ले आया बीमार जिन्नी दर्शन पाया जिन्नी तुझो तन करा तिन जम नेड़ नाया तारिया जहान ले आया बीमान जिन्नी दर्शन पाया जिन्नी तुझो तन कहा तिन जम नेड़ नाया तारिया जहान ले आया बीमान जिन्नी दर्शन पाया जिन्नी तुझो तन कहा तिन जम नेड़ नाया तारिया जहान ले आया बीमान जिन्नी दर्शन पाया जिन्नी तुझो तन कहा तिन जम नेड़ नाया जिन्नी तुझो तन कहा
सतपाल माता उदर राखे लगन देत न छेक सोई स्वामी यहाँ राखे बूझे बुध बाबेक मेरे मन नाम की कर टेक तिता बूझ जिन तू किया प्रभ कर्ण कारण एक राव चेत मन में तज ध्यान पर छोड़ तगले पेक सिमर हर हर सदा नानक तरह कई अनेक मारू महला पंजवा पटत पावन नाम जाको अनाथ को है नाट महापोजल माह तोलो जाको लिख्यो माट डूबा नाम बिन कन साट करन कारण कितना आवे देकर राख आट राव साध संगत गुण उच्चारण हरे नाम अमृत पाठ करो कृपा मुरार माधो सुन नानक जीव गाठ बोले तो निहाल श्री गुरु नानक साहिब आप जी दी सदाई जय धन धन सतगुरु बालक सिंह साहिब आप जी दी सदाई जय धन धन सतगुरु संगता साहिब आप जी दी सदाई जय धन धन सतगुरु नारायण दास साहिब आप जी दी सदाई जय धन धन सतगुरु साधु राम साहिब आप जी दी सदाई जय धन धन सतगुरु भगवान दास साहिब आप जी दी सदाई जय धन धन सतगुरु सेवा राम साहिब आप जी दी सदाई जय धन धन साहिब संत माता